शरीर स्वस्थ खीण समय सिमरंत नानक राम दामोदर माधव है। धन जियो तिह को जग मैं मुख ते हर चित मैं जुद विचारै। देह अनित नानित रहै जस नाव चढ़े भव सागर तारे। धीरज धाम बनाए एह तन बुद्ध सो दीपक ज्यों उजियारे। ज्ञाने की बढ़नी ही मनो हाथ लै कातरता कुतवार बहारै। कृपा करो दीन के दाते मेरा गुण अवगुण ना विचारो कोई। माटी का क्या धोपै स्वामी मानस की गत एही। पतत पावन भगत वत्सल कृपा निधान दसां पातशाहियां दी जोत चवर छतर तख्त दे मालक गुरता गद्दी ते विराजमान श्री गुरु ग्रंथ साहिब जी महाराज सतगुरां दी पावन पवित्र हजूरी अंदर जुड़ बैठी गुरु रूप खालसा साध संगत जीओ सनिमर फतेह प्रवान करो जी। वाहिगुरु जी का खालसा वाहिगुरु जी की फतेह। प्रबंधक गुरमुख प्यारे सज्जणा दा ये बड़ा वड्डा उपराला है कि जो इस पावन पवित्र इतिहासक स्थान की महत्ता है इतिहास है इस नूं अज दे समय दे विच इस आउण वाली पीढ़ी नूं दर्शाया जावे कि उन्हां दे वड्डियां पुरखां दी किड्डी वड्डी कमाई सी जिन्हां ने धर्म नहीं हारिया सिੱਖੀ केशा ਸਵਾਸਾਂ नाल निभाई। इहो जिहा विलक्षण इतिहास किसी कौम कोले नहीं किसी धर्म कोले नहीं। जिड्डा विलक्षण इतिहास कुर्बानियां दा इतिहास इस सिख पंथ दे पास है खालसा पंथ दे झोली दे विच है। जे इस इतिहास नूं असीं किसी नूं नहीं दस सके तां साडे उन्हां सूरबीरां दा कोई कसूर नहीं शहीदां दा कोई कसूर नहीं। कसूर किहदा मन्निया जावेगा इस पीढ़ी दा जिहड़ी कि प्रचार नहीं कर सकी। जिवें जिवें इस इतिहास की जानकारी हिंदुस्तान के लोकां तक पहुँचेगी एडा वड्डा असर पैंदा है विलक्षण इतिहास का कि जिंदगी बदल जाती है जीवन ही बदल जाता है। इत्थों तक कि वो लोग जिन्हां ने इस इतिहास नूं पढ़िया सुनिया उन्होंने अपना धर्म ही बदल के सिख धर्म कर लिया भावें कि उन्हां दे बजुर्ग किसी होर धर्म दे विचों सी। एडा वड्डा इतिहास करनाटक दे रहण वाला एक हिंदू जिहदा नाम है महादेव रैड्डी उन्हें साहिबजादियां दा इतिहास सुनिया पढ़िया इन्नी गहरी
ਸੱਟ ਵੱਜੀ, ਅਸਰ ਹੋਇਆ ਕਿ ਏਡੀ ਛੋਟੀ ਜੀ ਉਮਰ ਦੇ ਵਿੱਚ ਏਡਾ ਵੱਡਾ ਸਿਦਕ, ਇੰਨੀ ਅਡੋਲਤਾ, ਜਿਹੜੀ ਅਡੋਲਤਾ, ਜਿਹੜਾ ਸਿਦਕ, ਜਿਹੜਾ ਵਿਸ਼ਵਾਸ, ਭਾਵੇਂ ਕਿ ਜਿੱਡੀ ਮਰਜ਼ੀ ਵੱਡੀ ਉਮਰ ਹੋ ਜੇ ਨਹੀਂ ਆਉਂਦਾ ਕਿਸੇ ਦੇ ਅੰਦਰ। ਐਸਾ ਸਿਦਕ, ਐਸਾ ਵਿਸ਼ਵਾਸ ਸਿਰਫ 7 ਸਾਲ ਦੀ ਉਮਰ 'ਚ, 9 ਸਾਲ ਦੀ ਉਮਰ ਦੇ ਵਿੱਚ ਇੰਨਾ ਅਸਰ ਪਿਆ ਕਿ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਮਹਾਦੇਵ ਰੈਡੀ ਤੋਂ ਆਪਣਾ ਨਾਂ ਬਦਲ ਕੇ ਅਮਨਦੀਪ ਸਿੰਘ ਖਾਲਸਾ ਰੱਖ ਲਿਆ। ਹੁਣ ਕਰਨਾਟਕ ਦਾ ਸੀ, ਪੰਜਾਬੀ ਤੇ ਹੈ ਨਹੀਂ ਸੀ। ਐਸਾ ਪ੍ਰੇਮ ਪਿਆ ਕਿ ਗੁਰਮੁਖੀ ਸਿੱਖੀ, ਪੰਜਾਬੀ ਦੇ ਵਿੱਚ ਮਹਾਰਤ ਹਾਸਲ ਕੀਤੀ। ਇਹ ਇੱਕ ਸਿਰਫ ਨਿੱਕੀ ਜਿਹੀ ਉਦਾਹਰਣ ਹੈ। ਜਦੋਂ ਇਸ ਇਤਿਹਾਸ ਨੂੰ ਕੋਈ ਦੂਜੀ ਕੌਮ ਦਾ ਸੱਜਣ ਜਾਣੇਗਾ, ਪੜ੍ਹੇਗਾ, ਸਿਰਫ ਇੱਕ ਨਿੱਕੀ ਜਿਹੀ ਉਦਾਹਰਣ। ਸਤਿਗੁਰੂ ਕਿਰਪਾ ਕਰਨ, ਅਸੀਂ ਇਸ ਇਤਿਹਾਸ ਨੂੰ ਦੂਜੀਆਂ ਕੌਮਾਂ ਤੱਕ ਆਪਣਾ ਸੁਨੇਹਾ ਪਹੁੰਚਾ ਸਕੀਏ। ਬੜੇ ਲੇਟ ਆ, ਪਰ ਜੇ ਗੁਰੂ ਕਿਰਪਾ ਕਰੇ ਤੇ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮੈਂ ਤਾਂ ਇੰਨਾ ਹੈਰਾਨ ਆ ਕਿ ਅਸੀਂ ਜਦੋਂ ਸਕੂਲ ਪੜ੍ਹਦੇ ਸੀ, ਸਕੂਲ ਦੇ ਲਾਗੇ ਫਾਟਕ ਸੀ, ਰੇਲ ਗੱਡੀ ਆਉਣੀ, ਗੱਡੀਆਂ ਰੁਕਣੀਆਂ। ਉੱਥੇ ਜਿਹੜੇ ਈਸਾਈ ਸੀ, ਅੱਜ ਤੋਂ 15 ਸਾਲ 20 ਸਾਲ ਪਹਿਲਾਂ, ਉਹਨਾਂ ਨੇ ਆਪਣੀਆਂ ਪੰਜਾਬੀ ਦੇ ਵਿੱਚ ਪੁਸਤਕਾਂ ਛਾਪੀਆਂ ਸੀ। ਹੁਣ ਉੱਥੇ ਨਾ ਤੇ ਕੋਈ ਸਟੇਜ ਹੀ ਹੈ, ਨਾ ਸਪੀਕਰ ਹੀ ਹੈ, ਨਾ ਕੋਈ ਫਲੈਕਸ ਬੋਰਡ ਹੈ, ਤੇ ਨਾ ਹੀ ਕੋਈ ਧਾਰਮਿਕ ਵਾਤਾਵਰਨ ਹੈ। ਉਹਨਾਂ ਨੇ ਰੇਲ ਗੱਡੀ ਦੇ ਆਉਣ ਕਰਕੇ ਜਿਹੜੇ ਫਾਟਕ ਬੰਦ ਹੋਣੇ ਨੇ, ਉਹਨਾਂ ਇਕੱਠਾਂ ਤੇ ਜਾ ਕੇ ਵੀ ਆਪਣੀਆਂ ਕਾਪੀਆਂ ਵੰਡੀਆਂ ਨੇ। ਹੁਣ ਦੱਸੋ ਕਿੰਨੀ ਮਿਹਨਤ ਕਰ ਰਹੇ। ਕਿਸੇ ਮਹਾਂਪੁਰਸ਼ ਦੇ ਬੜੇ ਸੋਹਣੇ ਬੋਲ ਨੇ। ਉਹ ਕਹਿੰਦਾ, ਜਦੋਂ ਤੁਸੀਂ ਲੋਕਾਂ ਨੂੰ ਪਾਣੀ ਪੀਣ ਵਾਸਤੇ ਨਹੀਂ ਦਿਓਗੇ ਤੇ ਉਹਨਾਂ ਤੇ ਗੰਦਾ ਪਾਣੀ ਵੀ ਫਿਰ ਪੀ ਲੈਣਾ, ਜਿਹੋ ਜਿਹਾ ਮਿਲਿਆ ਪੀਣਾ ਤੇ ਪੈਣਾ ਹੀ। ਤੁਸੀਂ ਕਹਿੰਦੇ ਹੋ ਕਿ ਇਹ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਛੱਡ ਕੇ ਹੋਰ ਕਿਸੇ ਨੂੰ ਮੰਨਣ ਲੱਗ ਪਏ। ਲੋਕਾਂ ਦੀ ਪਿਆਸ ਹੈ, ਜੇ ਨਹੀਂ ਸਾਫ਼ ਤੁਸੀਂ ਪਾਣੀ ਕਿਸੇ ਨੂੰ ਦੇਣਾ, ਅਗਲਿਆਂ ਤੇ ਛੱਪੜ ਦਾ ਵੀ ਫਿਰ ਪੀ ਲੈਣਾ। ਗੁਜ਼ਾਰਾ ਤੇ ਕਰਨਾ ਹੀ ਹੈ, ਪਿਆਸ ਤੇ ਬੁਝਾਉਣੀ ਹੈ। ਕਿਸੇ ਦਾ ਕੀ ਕਸੂਰ ਹੈ ਵੀ ਕੋਈ ਮੜੀਆਂ ਨੂੰ ਮੰਨਦਾ, ਕੋਈ ਕਬਰਾਂ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ। ਪਿਆਸ ਤੇ ਹਰ ਬੰਦੇ ਨੂੰ ਰੱਬ ਦੀ ਹੈ। ਜੇ ਗੁਰਮਤ ਦਾ ਜਲ ਨਹੀਂ ਤੇ ਅਗਲਿਆਂ ਤੇ ਹੋਰ ਤੇ ਫਿਰ ਪੀ ਲੈਣਾ। ਦਾਸ ਸੋਚਣ ਤੇ ਮਜਬੂਰ ਹੋ ਗਿਆ ਵੀ ਇਹ ਰੇਲ ਗੱਡੀ ਆਈ ਤੇ ਫਾਟਕ ਬੰਦ ਹੋਇਆ, ਕਿੰਨੀਆਂ ਕੁ ਗੱਡੀਆਂ ਹੋਣਗੀਆਂ, 10 ਉਧਰ ਹੋਣਗੀਆਂ, 10 ਇੱਧਰ ਹੋਣਗੀਆਂ। ਅਗਲਿਆਂ ਨੇ ਉਹ ਵੀ ਨਹੀਂ ਛੱਡੀਆਂ। ਤੇ ਜਿੰਨੇ ਸਕੂਲ ਦੇ ਬੱਚੇ, ਤੁਹਾਨੂੰ ਪਤਾ ਨਿਆਣੀ ਉਮਰ, ਸ਼ੈਤਾਨੀ 'ਚ ਸਵਾਦ ਆਉਂਦਾ ਹੈ, ਰੇਲ ਗੱਡੀ ਨੂੰ ਵੇਖਣਾ ਹੈ, ਸਾਰੇ ਬੱਚਿਆਂ ਨੂੰ ਇੱਕ ਇੱਕ ਕਿਤਾਬ ਫੜਾਤੀ, ਜਿਹੜਾ ਮੁੱਢਲਾ ਇਤਿਹਾਸ ਹੈ ਬਾਈਬਲ ਦੇ ਵਿੱਚ, ਕਿ ਧਰਤੀ ਕਿੱਦਾਂ ਬਣੀ, ਧਰਤੀ ਤੇ ਪਾਣੀ ਆਇਆ, ਤੂਫਾਨ ਆਇਆ, ਭੁਚਾਲ ਆਇਆ, ਧਰਤੀ ਸਾਰੀ ਪਾਣੀ ਨਾਲ ਡੁੱਬ ਗਈ। ਹਜ਼ਰਤ ਨੂਹ ਦੀ ਜਿਹੜੀ ਸਾਖੀ ਮੰਨੀ ਜਾਂਦੀ, ਉਹ ਸਾਰੀ ਵਿੱਚ ਦਰਜ ਕੀਤੀ ਉਹਨਾਂ। ਭਾਵੇਂ ਕਿ ਜਦੋਂ ਅਸੀਂ ਸਤਿਗੁਰੂ ਜੀ ਦੇ ਨਾਲ ਮੁਲਾਂਕਣ ਕਰਾਂਗੇ ਦੂਸਰੇ ਧਰਮਾਂ ਦੇ ਰਹਿਬਰਾਂ ਦੀ, ਤਾਂ ਦੂਸਰੇ ਧਰਮਾਂ ਦੇ ਰਹਿਬਰ, ਇਹ ਗੱਲ ਨਹੀਂ ਕਿ ਉਹ ਸਤਿਕਾਰਯੋਗ ਨਹੀਂ।
ਪਰ ਜਿਹੜੇ ਗੁਣ ਗੁਰੂ ਸਾਹਿਬ ਦੇ ਵਿੱਚ ਨੇ ਉਹ ਦੂਸਰੇ ਧਰਮਾਂ ਦੇ ਰਹਿਬਰਾਂ ਦੇ ਵਿੱਚ ਵੀ ਦੇਖਣ ਨੂੰ ਨਹੀਂ ਮਿਲਦੇ। ਇੱਕ ਹੁੰਦਾ ਹੈ ਸਤਿਕਾਰ ਕਰਨਾ, ਦੂਜਾ ਹੁੰਦਾ ਹੈ ਮੰਨਣਾ। ਇਹ ਗੱਲ ਸਮਝ ਲੈਣੀ ਚਾਹੀਦੀ ਸਿੱਖਾਂ ਨੂੰ। ਸਤਿਕਾਰ ਕਿਸੇ ਦਾ ਵੀ ਹੋ ਸਕਦਾ ਹੈ, ਪਰ ਮੰਨਿਆ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਜਾ ਸਕਦਾ ਹੈ। ਸਤਿਕਾਰ ਤੇ ਭਗਵਾਨ ਕ੍ਰਿਸ਼ਨ ਦਾ ਵੀ ਪੂਰਾ ਹੈ। ਮਹਾਰਾਜ ਨੇ ਲਿਖਿਆ ਹੈ, ਬਾਣੀ ਵਿੱਚ ਦਰਜ ਹੈ, ਧੰਨ ਧੰਨ ਮਾਤਾ ਦੇਵਕੀ ਜਾਂ ਖੇਲੇ ਸ੍ਰੀ ਰਮਈਆ ਪਤੀ, ਧੰਨ ਧੰਨ ਬਨ ਖੰਡ ਬਿੰਦਰਾਵਨਾ ਜਾਂ ਖੇਲੇ ਸ੍ਰੀ ਨਾਰਾਇਣ। ਇਹ ਲਿਖਿਆ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਉਹ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਦ ਗਾਜੈ। ਸਪਸ਼ਟ ਲਿਖਿਆ ਹੈ, ਕੋਈ ਦੋ ਰਹਿਆ ਨਹੀਂ। ਸਤਿਕਾਰ ਹਰ ਮਹਾਂਪੁਰਸ਼ ਦਾ ਹੈ, ਹਰ ਰੱਬ ਦੇ ਪਿਆਰੇ ਦਾ ਹੈ। ਪਰ ਸਤਿਕਾਰ ਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਮੰਨਣ ਲੱਗ ਪਏ। ਹੁਣ ਸਾਡੇ ਸਿੱਖ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਜਦੋਂ ਕ੍ਰਿਸਮਸ ਆਉਂਦੀ ਆ ਇਹਨਾਂ ਦਿਨਾਂ 'ਚ, ਉਧਰੋਂ ਸਾਡੇ ਵੱਲ ਕੀ ਆਉਂਦਾ ਹੈ? ਨਿੱਕੇ ਸਾਹਿਬਜ਼ਾਦਿਆਂ, ਆਪਣੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਤੇ ਥੋੜੇ ਦਿਨਾਂ ਬਾਅਦ ਨਿੱਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਚਮਕੌਰ ਸਾਹਿਬ ਦਾ ਜੰਗ, ਭਾਈ ਸਾਹਿਬ ਜੀ ਜ਼ਿਕਰ ਕਰਦੇ ਪਏ ਸੀ ਨਾ ਵੀ ਇਸ ਨਗਰ ਚੋਂ ਵੀ ਇੱਕ ਗੁਰਮੁਖ ਪਿਆਰੇ ਸੱਜਣ ਉੱਥੇ ਸ਼ਹੀਦ ਹੋਏ, ਕਲਗੀਧਰ ਦੇ ਸਨਮੁਖ। ਹੁਣ ਜਿੱਥੇ ਸਾਰੀ ਦੁਨੀਆ ਕ੍ਰਿਸਮਸ ਦੀ ਵਧਾਈ ਦੇ ਰਹੀ ਹੈ, ਉੱਥੇ ਸਿੱਖਾਂ ਦੇ ਵਿੱਚ ਕੀ ਚੱਲਦਾ ਪਿਆ? ਸ਼ਹੀਦੀ ਦਿਹਾੜੇ ਚੱਲਦੇ ਪਏ। ਤੇ ਮੰਨ ਲਓ ਜਿਹੜੇ ਵਿਦੇਸ਼ ਦੇ ਵਿੱਚ ਸਾਡੇ ਭਰਾ ਰਹਿੰਦੇ ਨੇ, ਉਹਨਾਂ ਨੂੰ ਕੋਈ ਗੋਰਾ ਟੱਕਰੇ ਤੇ ਉਹਨਾਂ ਅੱਗਿਓਂ ਕਹਿਤਾ ਹੈਪੀ ਕ੍ਰਿਸਮਸ, ਇਹਦਾ ਮਤਲਬ ਉਹ ਈਸਾਈ ਹੋ ਗਿਆ, ਫਿਰ ਉਹਦਾ ਧਰਮ ਬਦਲ ਗਿਆ। ਫਿਰ ਸਤਿਕਾਰ ਕਰਨਾ ਹੋਰ ਚੀਜ਼ ਹੈ, ਮੰਨਣਾ ਹੋਰ ਚੀਜ਼। ਜਿਵੇਂ ਘਰ ਵਾਲੀ ਸਾਰੇ ਫੈਮਿਲੀ ਦਾ, ਪਰਿਵਾਰ ਦਾ ਸਤਿਕਾਰ ਕਰਦੀ ਹੈ, ਪਰ ਪਤੀ ਤੇ ਇੱਕ ਨੂੰ ਹੀ ਮੰਨਦੀ ਹੈ, ਜਿਹਦੇ ਨਾਲ ਉਹਦੀ ਸ਼ਾਦੀ ਹੋਈ, ਆਨੰਦ ਕਾਰਜ ਹੋਇਆ। ਇਦਾਂ ਸਤਿਕਾਰ ਭਗਵਾਨ ਕ੍ਰਿਸ਼ਨ ਦਾ ਵੀ ਹੈ, ਹਜ਼ਰਤ ਸਾਹਿਬ ਦਾ ਵੀ ਹੈ, ਜਿੰਨੇ ਵੀ ਰੱਬ ਦੇ ਪਿਆਰੇ ਨੇ ਸਭਨਾਂ ਦਾ ਹੈ। ਪਰ ਮੰਨਣਾ ਕਿਹਨੂੰ ਹੈ? ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਜ਼ਰਤ ਨੂਹ ਦੀ ਸਾਖੀ ਦਾ ਜ਼ਿਕਰ ਆ ਗਿਆ। ਹਜ਼ਰਤ ਨੂਹ ਕੌਣ ਨੇ? ਬਾਈਬਲ ਦੇ ਵਿੱਚ ਇੱਕ ਘਟਨਾ ਆਵੇਗੀ, ਇਹ ਸਾਰੀ ਧਰਤੀ ਪਾਣੀ ਦੇ ਨਾਲ ਡੁੱਬ ਗਈ, ਜਿਹਨੂੰ ਕਹਿੰਦੇ ਨੇ ਪਾਣੀ ਦੀ ਪਰਲ, ਜਲ ਪਰਲ। ਇਹ ਲਿਖੀਆਂ ਨਾ ਧਾਰਮਿਕ ਗ੍ਰੰਥਾਂ ਵਿੱਚ, ਅਗਨ ਪਰਲ। ਇੱਕ ਦਿਨ ਸਮਾਂ ਆਵੇਗਾ ਸਾਰੀ ਦੁਨੀਆ ਅੱਗ ਦੇ ਨਾਲ ਸੜ ਕੇ ਸੁਆਹ ਹੋਵੇ। ਇਸੇ ਤਰ੍ਹਾਂ ਜਲ ਪਰਲ, ਵੀ ਪਾਣੀ ਦੇ ਵਿੱਚ ਡੁੱਬ ਕੇ ਸਾਰੀ ਧਰਤੀ ਖਤਮ ਹੋਵੇਗੀ। ਖੁਦਾ ਨੇ ਇੱਕ ਆਪਣੇ ਪਿਆਰੇ ਪੈਗੰਬਰ ਹਜ਼ਰਤ ਨੂਹ ਨੂੰ ਆਖਿਆ ਕਿ ਤੂੰ ਬੇੜਾ ਬਣਾ। ਬੇੜਾ ਏਡਾ ਵੱਡਾ ਬਣਾਉਣਾ ਹੈ ਵੀ ਸਾਰੀ ਧਰਤੀ ਜਦੋਂ ਪਾਣੀ ਨਾਲ ਡੁੱਬ ਜਾਵੇਗੀ, ਉਸ ਬੇੜੇ ਵਿੱਚ ਹਰ ਜੀਵ ਜੰਤੂ ਦਾ ਇੱਕ ਜੋੜਾ ਚੜਾ ਲੈਣਾ। ਦੁਨੀਆ ਸਾਰੀ ਮਾਰ ਕੇ ਦੁਬਾਰਾ ਦੁਨੀਆ ਸ਼ੁਰੂ ਕਰਨੀ। ਸੰਸਾਰ ਏਡਾ ਵਿਗੜ ਚੁੱਕਾ ਹੈ ਵੀ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ, ਇਸ ਕਰਕੇ ਇੱਕ ਵਾਰੀ ਸਾਰੀ ਖਤਮ ਕਰ ਦਿਓ, ਦੁਬਾਰਾ ਤੋਂ ਸ਼ੁਰੂ ਕਰੋ। ਇਸ ਤਰ੍ਹਾਂ ਉਹ ਕਹਿੰਦੇ ਨੇ ਤੇ ਦੱਸਦੇ ਨੇ। ਉੱਥੇ ਇੱਕ ਬਜ਼ੁਰਗ ਮਾਤਾ ਹਜ਼ਰਤ ਨੂਹ ਦੇ ਪਾਸ ਆਉਂਦੀ ਤੇ ਬੜੇ ਪ੍ਰੇਮ ਨਾਲ ਕਹਿੰਦੀ
कि हे खुदा दे नबी, वाहिगुरू दे प्यारे, जदों तेरा बेड़ा तैयार हो गया तू मैनू भुल ना जावी, मैनू नाल लैके जा। बेड़े च चढ़ाई क्यों? मैं उस खुदा ते यकीन करने वाली, विश्वास करने वाली, ते मेरा विश्वास उस खुदा दी किरपा द्वारा ना किसी दुख च ही बदलिया ते ना किसी सुख च ही बदलिया। कई बारी बड़े हैरान होईदा भी नौवें पातशाह ने ये गल क्यों कही भी जो नर दुख मैं दुख नहीं मानता, सुख स्नेह वर भै नहीं जाके कंचन माटी मानी। जेड़ा सज्जन दुख दे विच भी नहीं डोलदा, चलो दुख दे विच ते डोल ही जांदे ने ना, दुख चीज ही ऐसी है। दुख ना हुंदा ते सुख दी कदर ही ना पैंदी। जदों हस्पताल दे मंजे ते लम्मा पिया होवे ना, फिर पता लगदा भी सुख की चीज, तंदुरुस्ती की चीज। दुख ना हुंदा ते सुख दी कीमत ही कोई नहीं सी। आप हैरान होवोगे भी जिथे दुख भी बंदे नू धर्म तो दूर कर दिंदा, रब तो ओदा यकीन डोल जांदा। सच बेनती करदा, वो वखरी गल है कि जिस थां ते आपां बैठे आ, इत्थे उन्हां बीबियां ने ऐसा एक सबूत दुनिया नू, एक सिदक, एक विश्वास दिखाया कि नहीं भाई दुख भी सानू नहीं डला सकता। पर सधारण तौर ते दुख भी बंदे नू रब तो तोड़ दिंदा है। उन्ना दुख नहीं तोड़दा। 90% पता की है, जदों बंदे नू दुख आउंदा है ते डॉक्टर बाहां खड़ियां कर जांदे, फिर उहनूं रब चेते आउंदा। उन्ना दुख ने नहीं तोड़िया जिन्ना सुख ने तोड़िया। महाराज नौवें पातशाह धन गुरु तेग बहादुर साहब, जिन्हां नूं भाई साहब भाई नंद लाल सिंह जी ने ये अपनी रचना दे विच बड़ा सोहना लिखिया, मसजूद उल खुदा। खुदा ने उन्होंने एक पदवी दी, वो कि मसजूद उल। मसजूद उल मैंने जिन्हों तुसी सिर झुका सकते, सिजदा कर सकते। भाई साहब भाई नंद लाल सिंह जी कहते नौवें पातशाह नूं खुदा ने एक पदवी दी आ, मुरातबा दिता वा, क्योंकि इस्लाम के मुताबिक सिर सिर्फ रब अगे झुक सकता, किसी अगे नहीं। पर जे रब तो बिना तुसी किसी अगे झुकाउणा है तो कहते नौवें पातशाह अगे झुका लो, झुका सकते। उन्होंने मसजूद उल दी पदवी भाई नंद लाल सिंह जी ने अपनी रचना दे विच दिती। सुख भी बंदे नूं रब तो दूर करदा है। अज सिखां दे पास एक आम गल बड़ी सुनी ना, जदों जी घर कच्चे सी, सिक्की पक्की सी, विश्वास पक्का सी। अज मकान पक्के हो गए, कोठियां पै गईयां, महल पै गए, पर जिहड़ी शरधा है, विश्वास है, सिक्खी है, वो बिल्कुल कच्ची हो गई, उड गई, घरां दे विचों चले गए। तां जिथे दुख बंदे नूं रब तो दूर करदा, उत्थे सुख भी करदा, ते सुख ज्यादा करदा है बंदे। नौवें पातशाह कहंदे ऐसी अवस्था जिथे दुख भी बंदे नूं डला ना सके ते सुख भी बंदे नूं डला ना सके, सुख भी उहनूं रब तो दूर ना कर सके। आप हैरान होवोगे, घर दे विच गड्डियां, स्पीकर लग गए, लाइटां लग गई, नहीं आ सकते तो पिंड च बह के सुनो। घर दे विच गड्डियां, मोटरसाइकिल, और सुख ने इन्ने आलसी करते आ कि गड्डी च बह के भी मत्था टेकण नहीं आ सकते। ये मन एडा बेईमान हो जाता है। इस करके जिन्ने कहते सुख ने विगाड़े, उन्हें दुख ने नहीं विगाड़े। सुख बहुता नुकसान करता है।
ਆਲਸੀ ਬਣਾ ਦਿੰਦਾ ਹੈ, ਪ੍ਰਮਾਦੀ ਬਣਾ ਦਿੰਦਾ ਹੈ। ਸਭ ਕੁਝ ਪਤਾ ਹੁੰਦਿਆਂ ਵੀ ਕਰਨ ਨੂੰ ਜੀ ਨਹੀਂ ਕਰਦਾ। ਹਜ਼ਰਤ ਨੂਹ ਦੇ ਪਾਸ ਉਹ ਮਾਤਾ ਆਈ ਤੇ ਕਹਿੰਦੀ ਮੈਂ ਖੁਦਾ ਤੇ ਯਕੀਨ ਕਰਨ ਵਾਲੀ, ਵਿਸ਼ਵਾਸ ਕਰਨ ਵਾਲੀ ਆ, ਸ਼ਰਧਾ ਰੱਖਣ ਵਾਲੀ। ਬੀਬੀਆਂ ਦਾ ਧਰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਖਾਸ ਕਰਕੇ ਸਿੱਖ ਧਰਮ ਦੇ ਵਿੱਚ। ਭਾਈ ਕਾਹਨ ਸਿੰਘ ਨਾਭਾ ਦੇ ਮੁਤਾਬਕ ਸਭ ਤੋਂ ਪਹਿਲੀ ਗੁਰਸਿੱਖ ਕੌਣ ਹੈ? ਉਹ ਕੋਈ ਬੰਦਾ ਨਹੀਂ ਸੀ। ਉਹ ਕੌਣ ਹੈ? ਬੇਬੇ ਨਾਨਕੀ। ਉਹ ਕੋਈ ਮਰਦ ਸਰੀਰ ਨਹੀਂ। ਭਾਈ ਸਾਹਿਬ ਦੇ ਮੁਤਾਬਕ ਸਭ ਤੋਂ ਪਹਿਲੀ ਗੁਰਸਿੱਖ ਬੇਬੇ ਨਾਨਕੀ ਜੀ ਨੇ। ਫਰਕ ਸਿਰਫ ਇਹ ਹੈ, ਉਹਨਾਂ ਨੇ ਵੀਰ ਨੂੰ ਵੀਰ ਨਹੀਂ ਮੰਨਿਆ, ਉਹਨਾਂ ਵੀਰ ਨੂੰ ਪੀਰ ਮੰਨਿਆ। ਇਹ ਫਰਕ ਹੈ। ਉਹਨਾਂ ਨੇ ਆਪਣਾ ਭਰਾ ਨਹੀਂ ਮੰਨਿਆ, ਉਹਨਾਂ ਰੱਬ ਕਰਕੇ ਮੰਨਿਆ। ਇਹ ਮੇਰਾ ਵੀਰ ਨਹੀਂ, ਇਹ ਤੇ ਮੇਰਾ ਪੀਰ ਹੈ। ਠੀਕ ਹੈ, ਭਰਾ ਬਣ ਕੇ ਆਇਆ, ਉਹ ਵੱਖਰੀ ਗੱਲ। ਆਪ ਹੈਰਾਨ ਹੋਵੋਗੇ, ਸਾਡੇ ਤੀਸਰੇ ਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਜਿਨ੍ਹਾਂ ਦੀ ਜਿੰਨੀ ਉਸਤਤ ਕੀਤੀ ਜਾਵੇ ਕਹਿੰਦੇ ਥੋੜੀ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਇੱਕ ਪੂਰਾ ਸ਼ਬਦ ਅੰਕਿਤ ਕੀਤਾ ਗਿਆ ਤਿਨਾਂ ਦੀ ਸਿਫਤ ਦੇ ਵਿੱਚ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ। ਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ, ਉਨਹਿ ਹੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ। ਹੋ ਸਕਦਾ ਹੈ ਵੀ ਤੁਹਾਡੇ ਵਿੱਚੋਂ ਕੋਈ ਸਿਆਣਾ ਸੱਜਣ ਬਾਰਿਸ਼ ਦੀਆਂ ਬੂੰਦਾਂ, ਮੀਂਹ ਦੀਆਂ ਕਣੀਆਂ ਗਿਣ ਦਵੇ। ਹੋ ਸਕਦਾ ਹੈ ਤੁਹਾਡੇ ਵਿੱਚੋਂ ਕੋਈ ਸਿਆਣਾ ਸੱਜਣ ਬਸੰਤ ਵਿੱਚ ਖਿੜੇ ਹੋਏ ਫੁੱਲਾਂ ਨੂੰ ਗਿਣ ਦਵੇ। ਪਰ ਧੰਨ ਗੁਰੂ ਅਮਰਦਾਸ ਸਾਹਿਬ ਦੀ ਉਪਮਾ, ਸਿਫਤ, ਗੁਣ, ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਦੇ ਘਰ ਦੇ ਵਿੱਚ ਕੌਣ ਲੈ ਕੇ ਆਇਆ? ਉਹ ਕੌਣ ਸੀ? ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਸੁਪੁੱਤਰੀ ਬੀਬੀ ਅਮਰੋ। ਮਹਾਰਾਜ ਨੇ ਕਿਹੜਾ ਬੰਦਾ ਭੇਜਿਆ ਸੀ ਗੁਰੂ ਅੰਗਦ ਦੇਵ ਸਾਹਿਬ ਨੇ ਵੀ ਗੁਰੂ ਅਮਰਦਾਸ ਸਾਹਿਬ ਨੂੰ ਲੈ ਆਓ? ਕਿਹੜਾ ਪ੍ਰਚਾਰਕ ਭੇਜਿਆ ਸੀ, ਕਥਾਵਾਚਕ ਭੇਜਿਆ ਸੀ? ਦੱਸੋ, ਕਿਹੜਾ ਹੁਕਮਨਾਮਾ ਭੇਜਿਆ ਸੀ? ਕੋਈ ਵੀ ਨਹੀਂ। ਬੀਬੀ ਅਮਰੋ ਤੋਂ ਸ਼ਬਦ ਸੁਣਿਆ ਅੰਮ੍ਰਿਤ ਵੇਲੇ ਤੇ ਠੰਡ ਪੈ ਗਈ, ਮਨ ਨੂੰ ਸ਼ਾਂਤੀ ਆ ਗਈ, ਮਨ ਟਿਕਾ ਦੇ ਵਿੱਚ ਆ ਗਿਆ। ਕਿਉਂ? ਅੰਮ੍ਰਿਤ ਵੇਲੇ ਉੱਠਦੇ ਬੀਬੀ ਜੀ ਇਸ਼ਨਾਨ ਕਰਦੇ, ਬਾਣੀ ਪੜ੍ਹਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦਿਆਂ ਹੋਇਆਂ ਸ਼ਬਦ ਸ਼ਰਵਣ ਕੀਤਾ। ਉਸ ਸ਼ਬਦ ਨੂੰ ਸੁਣ ਕੇ ਐਸੀ ਸ਼ਾਂਤੀ ਆਈ ਕਿ ਕੰਧ ਦੇ ਓਲੇ ਲੁਕ ਕੇ ਵੀ ਕਿਤੇ ਮੇਰੇ ਤੋਂ ਸੰਗ ਨਾ ਜਾਵੇ। ਬਜ਼ੁਰਗ ਸੀ ਨਾ, ਵੱਡੇ ਸਨ, ਵੀ ਸਾਡੀ ਨਹੁੰ ਹੈ, ਮੇਰੇ ਭਰਾ ਦੀ ਨਹੁੰ ਹੈ, ਕਿਤੇ ਮੇਰੇ ਤੋਂ ਸੰਗ ਨਾ ਜਾਵੇ। ਬਜ਼ੁਰਗ ਜਾਣ ਕੇ ਕੰਧ ਦੇ ਓਲੇ ਚੋਰੀ ਲੋਕ ਕੇ ਬਾਣੀ ਸੁਣਦੇ ਰਹੇ, ਸ਼ਬਦ ਸੁਣਦੇ ਰਹੇ। ਉਸ ਸ਼ਬਦ ਦਾ ਐਸਾ ਅਸਰ ਪਿਆ ਵੀ ਸਵੇਰੇ ਪੁੱਛ ਲਿਆ ਵੀ ਇਹ ਕਿਹਦੀ ਬਾਣੀ? ਕਹਿੰਦੇ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਕਿੱਥੇ ਆ ਹੁਣ? ਉਹ ਤਾਂ ਜੋਤੀ ਜੋਤ ਸਮਾ ਗਏ। ਉਹਨਾਂ ਦੀ ਜਗ੍ਹਾ ਤੇ ਕੌਣ ਹੈ? ਤਾਂ ਕਹਿੰਦੇ ਤੁਸੀਂ ਮਿਲੇ ਤੇ ਸੀ ਜੱਫੀ ਪਾ ਕੇ, ਮਿਲਣੀ ਨਹੀਂ ਸੀ ਕੀਤੀ। ਮੇਰੇ ਪਿਤਾ ਧੰਨ ਗੁਰੂ ਅੰਗਦ ਦੇਵ ਸਾਹਿਬ ਕੁੜਮਾਚਾਰੀ, ਕਹਿੰਦੇ ਉਹ ਤੇ ਫਿਰ ਦੁਨਿਆਵੀ ਰਿਸ਼ਤੇਦਾਰ ਵਾਂਗ ਮਿਲੇ, ਗੁਰੂ ਵਾਂਗ ਤਾਂ ਨਹੀਂ ਨਾ ਮਿਲੇ। ਗੁਰੂ ਤਾਂ ਨਹੀਂ ਨਾ ਸਮਝਿਆ ਸੀ, ਰੱਬ ਤਾਂ ਨਹੀਂ ਨਾ ਸਮਝਿਆ ਸੀ, ਕੁੜਮਾਚਾਰੀ ਸਮਝੀ ਸੀ। ਤਾਂ ਬੀਬੀ ਅਮਰੋ ਜੀ
ਇਤਿਹਾਸ ਤੇ ਇਥੋਂ ਤੱਕ ਕਹਿੰਦਾ ਹੈ ਕਿ ਉਹਨਾਂ ਪਾਸ ਵੀ ਇੱਕ ਮੰਜੀ ਸੀ। ਇਤਿਹਾਸ ਕੀ ਕਹਿੰਦਾ ਹੈ ਕਿ ਬੀਬੀ ਅਮਰੋ ਜੀ ਪਾਸ ਵੀ ਮੰਜੀ ਹੈ। ਆਪਾਂ ਇਹ ਪੜ੍ਹਦੇ ਹਾਂ, ਸੁਣਦੇ ਹਾਂ ਕਿ 22 ਮੰਜੀਆਂ 72 ਪੀੜੇ, ਪਰ ਇਤਿਹਾਸ ਕਹਿੰਦਾ ਕਿ ਬੀਬੀ ਜੀ ਪਾਸ ਮੰਜੀ ਸੀ। ਗੁਰੂ ਘਰ ਦੇ ਪ੍ਰਚਾਰਕ ਸਨ। ਸੋ ਰਹੋ ਵਿਚਾਰ, ਕਿਸੇ ਬੀਬੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਚਾਹੁੰਦਾ ਹੈ ਤਾਂ ਉਹ ਗੁਰੂ ਅੰਗਦ ਦੇਵ ਸਾਹਿਬ ਦੇ ਮਹਿਲ ਮਾਤਾ ਖੀਵੀ, ਜਿਨ੍ਹਾਂ ਲੰਗਰ ਦੀ ਏਡੀ ਵੱਡੀ ਸੇਵਾ ਕੀਤੀ ਕਿ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੋ ਗਿਆ। ਸੇਵਾ ਦੇ ਵਿੱਚ ਏਡੀ ਵੱਡੀ ਬਰਕਤ ਹੈ। ਅੱਜ ਜਿਸ ਸਥਾਨ ਤੇ ਆਪਾਂ ਬੈਠੇ ਹਾਂ, ਇਹ ਵੀ ਉਹ ਮਹਾਨ ਸਿੱਖ ਬੀਬੀਆਂ ਨੇ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਹਾਰਿਆ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਚ ਪਵਾਏ, ਸਵਾ ਮਣ ਦੇ ਪੀਸਣੇ ਪੀਸੇ। ਕਿੱਡੀ ਵੱਡੀ ਕੁਰਬਾਨੀ, ਪਰ ਧਰਮ ਨਹੀਂ ਆ ਰਿਹਾ। ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਰੋਲ ਗੁਰਸਿੱਖ ਬੀਬੀਆਂ ਦਾ ਹੈ, ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕੀਤਾ ਹੈ। ਦਾਸ ਵਿਸ਼ੇ ਵੱਲ ਵਾਪਸ ਆਵੇ, ਉਹ ਮਾਤਾ ਨੇ ਆਖਿਆ ਕਿ ਨਾ ਮੇਰਾ ਯਕੀਨ ਸੁੱਖ 'ਚ ਹੀ ਡੋਲਿਆ ਤੇ ਨਾ ਮੇਰਾ ਯਕੀਨ ਦੁੱਖ 'ਚ ਹੀ ਡੋਲਿਆ। ਇਸ ਕਰਕੇ ਮੈਂ ਇਹ ਹੱਕ ਸਮਝਦੀ ਹਾਂ ਕਿ ਹੇ ਖੁਦਾ ਦੇ ਨਬੀ, ਜਦੋਂ ਤੇਰਾ ਬੇੜਾ ਤਿਆਰ ਹੋਵੇ ਤਾਂ ਮੈਨੂੰ ਵੀ ਥਾਂ ਮਿਲੇ, ਉਹਦੇ 'ਚ ਜਗ੍ਹਾ ਮਿਲੇ। ਕੁਦਰਤ ਰੱਬ ਦੀ ਜਦੋਂ ਬੇੜਾ ਤਿਆਰ ਹੋ ਗਿਆ ਨਾ, ਉਹਨੇ ਇੱਕ ਗੇੜਾ ਨਹੀਂ ਮਾਰਿਆ, ਬਹੁਤ ਮਾਰੇ। ਹਰ ਵਾਰੀ ਕਹਿਣਾ ਮੈਨੂੰ ਭੁੱਲ ਨਾ ਜਾਈ। ਕੁਦਰਤ ਰੱਬ ਦੀ, ਨਬੀ ਸਾਹਿਬ ਉਹ ਮਾਈ ਨੂੰ ਭੁੱਲ ਹੀ ਗਏ ਤੇ ਆਪਣਾ ਪਰਿਵਾਰ ਉਹਨਾਂ ਚੜਾ ਲਿਆ। ਆਪਣੀ ਫੈਮਿਲੀ ਤੇ ਉਹਨਾਂ ਦੇ ਬੇੜੇ ਤੇ ਚੜ ਗਈ, ਬਾਕੀ ਜੀਵ ਜੰਤੂਆਂ ਦੇ ਸਾਰਿਆਂ ਦੇ ਜੋੜੇ ਚੜਾ ਲਏ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਐਸੇ ਰਹਿਬਰ ਨੇ, ਨਹੀਂ ਤੇ ਬਾਕੀ ਜਿੰਨੇ ਪੀਰ ਫਕੀਰ ਪੈਗੰਬਰ ਸਾਰੇ ਹੀ ਸਤਿਕਾਰਯੋਗ ਨੇ, ਪਰ ਦੂਜੇ ਦਾ ਪਰਿਵਾਰ ਹਰੇਕ ਨੂੰ ਹੀ ਭੁੱਲ ਜਾਂਦਾ ਹੈ, ਆਪਣਾ ਹੀ ਚੇਤੇ ਰਹਿੰਦਾ ਹੈ। ਇਹ ਸਿਰਫ ਤੇ ਸਿਰਫ ਕਲਗੀਧਰ ਨੇ ਜਿਨ੍ਹਾਂ ਨੇ ਇਹਨਾਂ ਸਿੱਖਾਂ ਵੱਲ ਹੱਥ ਕਰਕੇ ਕੀ ਆਖਿਆ ਜਦੋਂ ਪੁੱਛਿਆ, ਮਹਾਰਾਜ ਤੁਹਾਡਾ ਪਰਿਵਾਰ ਕੌਣ ਹੈ? ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬ੍ਰਹਮ ਗਿਆਨੀ ਬਾਬਾ ਜੋਰਾਵਰ ਸਿੰਘ, ਧੰਨ ਬ੍ਰਹਮ ਗਿਆਨੀ ਬਾਬਾ ਫਤਿਹ ਸਿੰਘ ਜੀ। ਮਹਾਰਾਜ ਨੇ ਆਖਿਆ ਨਹੀਂ, ਚੌਪਈ ਸਾਹਿਬ ਕਿਤੇ ਪ੍ਰੇਮ ਨਾ ਪੜੋ ਤੇ ਤੁਹਾਡੇ ਵੱਲ ਹੱਥ ਕਰਕੇ ਕੀ ਆਖਿਆ ਸੀ, ਸੁਖੀ ਬਸੈ ਮੋਰੋ ਪਰਿਵਾਰ। ਸੇਵਕ ਸਿੱਖ ਸਭੈ ਕਰਤਾਰ। ਹੁਣ ਦੇਖੋ ਨਾ, ਸਤਿਕਾਰਯੋਗ ਤੇ ਸਾਰੇ ਹੀ ਨੇ, ਪਰ ਫਰਕ ਹੈ ਕਿ ਨਹੀਂ ਹੈ? ਇੱਕ ਨੂੰ ਆਪਣਾ ਹੀ ਚੇਤੇ ਰਹਿ ਗਿਆ ਤੇ ਦੂਜੇ ਨੇ ਆਪਣਾ ਇਸ ਪੰਥ ਦੇ ਉਤੋਂ ਦੀ ਵਾਰਤਾ। ਫਰਕ ਤੇ ਹੈ ਗੁਣਾਂ ਦੇ ਵਿੱਚ। ਤਾਂ ਹਜ਼ਰਤ ਸਾਹਿਬ ਨੂੰ ਚੇਤਾ ਭੁੱਲ ਗਿਆ। ਚਲੋ ਦੁਨੀਆ ਤੇ ਪਾਣੀ ਫੈਲ ਗਿਆ, ਪਰਲੇ ਆ ਗਈ, ਸੰਸਾਰ ਪਾਣੀ ਵਿੱਚ ਡੁੱਬ ਗਿਆ, ਧਰਤੀ ਡੁੱਬ ਗਈ। ਜਦੋਂ ਕਿਤੇ ਪਾਣੀ ਉਤਰਿਆ, ਕੋਈ ਯਾਤਰਾ ਕਰਨ ਵਾਸਤੇ ਉਹ ਬੇੜੇ 'ਚੋਂ ਬਾਹਰ ਆਏ ਵੀ ਧਰਤੀ ਦੀ ਸੈਰ ਕਰੀਏ, ਦੇਖੀਏ ਰੱਬ ਦੇ ਰੰਗ। ਤਾਂ ਕੀ ਦੇਖਿਆ ਕਿ ਇੱਕ ਝੌਂਪੜੀ ਦੇ ਵਿੱਚ ਦੀਵਾ ਜਗੇ। ਬੜੇ ਹੈਰਾਨ ਹੋਏ, ਪਹਿਲਾਂ ਤੇ ਯਕੀਨ ਹੀ ਨਾ ਆਇਆ। ਫਿਰ ਆਪਣਾ ਸ਼ੱਕ ਦੂਰ ਕਰਨ ਵਾਸਤੇ ਉਧਰ ਨੂੰ ਤੁਰ ਪਏ, ਬੜੇ ਅਚਰਜ, ਹੈਰਾਨ, ਰੋਮਾਂਚ ਕਿ ਸਾਰੀ ਧਰਤੀ ਪਾਣੀ ਨਾਲ ਡੁੱਬ ਗਈ ਤੇ ਝੌਂਪੜੀ 'ਚ ਦੀਵਾ ਕਿੱਦਾਂ ਜਗੇ। ਤਾਂ ਜਦੋਂ ਜਾ ਕੇ ਉਸ ਝੌਂਪੜੀ ਦੇ ਵਿੱਚ ਗਏ ਤੇ ਕੀ ਦੇਖਿਆ, ਉਹੋ ਹੀ ਮਾਤਾ ਜਿਹੜੀ ਗੇੜੇ ਮਾਰ ਮਾਰ ਕੇ ਕਹਿੰਦੀ ਹੁੰਦੀ ਸੀ ਨਾ ਵੀ ਮੈਨੂੰ ਨਾ ਭੁੱਲਿਓ, ਉਹ ਉੱਥੇ ਬੈਠੀ ਬੰਦਗੀ ਕਰਦੀ ਪਈ।
ਤੇ ਹਜ਼ਰਤ ਸਾਹਿਬ ਨੂੰ ਵੇਖ ਕੇ ਉੱਠ ਕੇ ਸਤਿਕਾਰ ਕੀਤਾ ਤੇ ਕਹਿਣ ਲੱਗੀ ਬੇੜਾ ਤਿਆਰ ਹੋ ਗਿਆ, ਮੈਨੂੰ ਲੈਣ ਵਾਸਤੇ ਆਏ ਹੋ? ਹਜ਼ਰਤ ਸਾਹਿਬ ਨੇ ਸਿਰ ਫੜ ਲਿਆ ਤੇ ਤੇਰਾ ਭਲਾ ਹੋ ਜੇ, ਇੱਥੇ ਤੇ ਸਾਰੀ ਧਰਤੀ ਪਾਣੀ ਨਾਲ ਡੁੱਬ ਗਈ, ਬੇੜੇ ਤਿਆਰ ਦੀ ਕਿਹੜੀ ਗੱਲ ਕਰਦੀ? ਹੁਣ ਜਦੋਂ ਪਾਣੀ ਲੱਥਾ ਹੈ ਤੇ ਮੈਂ ਆਇਆ। ਹਜ਼ਰਤ ਸਾਹਿਬ ਹੈਰਾਨ ਹੋ ਕੇ ਕਹਿਣ ਲੱਗੇ ਬੀਬੀ ਨੂੰ ਕਿ ਇੱਥੇ ਪਾਣੀ ਨਹੀਂ ਆਇਆ, ਇਹ ਜਗ੍ਹਾ ਡੁੱਬੀ ਨਹੀਂ ਜਲ ਦੇ ਵਿੱਚ? ਉਹਨੇ ਕੀ ਆਖਿਆ ਸੀ ਕਿ 2 ਕੁ ਬੱਦਲ ਆਏ ਸੀ, 4 ਕੁ ਬੂੰਦਾਂ ਪਈਆਂ ਸੀ। ਹੈਰਾਨ ਰਹਿ ਕੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਤਾਂ ਖੁਦਾ ਦੀ ਆਵਾਜ਼ ਆਈ, ਜਿਹਨੂੰ ਆਪਾਂ ਕਹਿ ਦਿੰਦੇ ਆਕਾਸ਼ ਬਾਣੀ ਕਹਿ ਦਿੰਦੇ, ਖੁਦਾ ਦੀ ਆਵਾਜ਼ ਆਈ ਕਿ ਹੇ ਨਬੀ, ਜਿਹੜੇ ਮੇਰੇ ਤੇ ਯਕੀਨ ਰੱਖਣਗੇ, ਜਿਹੜੇ ਰੱਬ ਤੇ ਵਿਸ਼ਵਾਸ ਰੱਖਣਗੇ, ਉਹਨਾਂ ਦੇ ਵੱਡੇ ਵੱਡੇ ਅਜ਼ਾਬ ਸਿਰਫ ਤੇ ਸਿਰਫ 4 ਬੂੰਦਾਂ ਹੀ ਬਣ ਕੇ ਰਹਿ ਜਾਣਗੇ। ਪਤਾ ਵੀ ਨਹੀਂ ਲੱਗੇਗਾ ਕਦੋਂ ਲੰਘ ਗਏ, ਕਦੋਂ ਦੁੱਖ ਆਇਆ ਤੇ ਕਦੋਂ ਲੰਘ ਗਏ। ਗੁਰਬਾਣੀ ਦੇ ਵਿੱਚ ਬੜਾ ਇਹ ਸੁੰਦਰ, ਜਾਂ ਸਾਡੇ ਪੰਜਾਬ ਦੇ ਵਿੱਚ ਇਹ ਕਹਾਵਤ ਹੈ ਵੀ ਗੁਰੂ ਸਾਹਿਬ ਜਦੋਂ ਕਿਰਪਾ ਕਰਦੇ ਫਿਰ ਸੂਲੀ ਤੋਂ ਸੂਲ ਹੋ ਜਾਂਦੀ ਹੈ। ਜਿਨ੍ਹਾਂ ਨੇ ਵਾਹਿਗੁਰੂ ਉੱਤੇ ਯਕੀਨ ਰੱਖਿਆ, ਵਿਸ਼ਵਾਸ ਰੱਖਿਆ, ਸ਼ਰਧਾ ਰੱਖੀ, ਸੁਖਮਣੀ ਸਾਹਿਬ 'ਚ ਸੱਚੇ ਪਾਤਸ਼ਾਹ ਬੜਾ ਸੁੰਦਰ ਫਰਮਾਉਂਦੇ ਨੇ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਅੰਦਰ ਰੱਬ ਉੱਤੇ ਯਕੀਨ ਆ ਗਿਆ, ਉਹਦੇ ਅੰਦਰ ਯਥਾਰਥ ਗਿਆਨ ਪੈਦਾ ਹੋਇਆ। ਸਹੀ ਗਿਆਨ ਸਿਰਫ ਉਹਨੂੰ ਆਇਆ, ਉਹਦੇ ਅੰਦਰ ਪੈਦਾ ਹੋਇਆ। ਇੱਕ ਗਿਆਨ ਤੇ ਹੈ ਜਿਹੜਾ ਕਿਤਾਬਾਂ ਪੜ੍ਹ ਕੇ ਆਉਂਦਾ ਹੈ, ਜਿਹਨੂੰ ਜਾਣਕਾਰੀ ਕਹਿੰਦੇ ਆਪਾਂ। ਇੱਕ ਗਿਆਨ ਉਹ ਹੈ ਜਿਹੜਾ ਅੰਦਰੋਂ ਫੁੱਟਦਾ ਹੈ, ਅੰਦਰੋਂ ਪੈਦਾ ਹੁੰਦਾ ਹੈ, ਉਹਨੂੰ ਕਹਿੰਦੇ ਤਤ ਗਿਆਨ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਤਿਗੁਰੂ ਉਹਦੇ ਅੰਦਰ ਤਤ ਗਿਆਨ ਪੈਦਾ ਕਰ ਦਿੰਦੇ, ਉਹਦੇ ਉੱਤੇ ਕਿਰਪਾ ਕਰ ਦਿੰਦੇ। ਤਾਂ ਗੁਰਬਾਣੀ ਕੀ ਕਹਿੰਦੀ ਹੈ ਕਿ ਜਿਨ੍ਹਾਂ ਨੇ ਵੀ ਆਪਣੇ ਧਰਮ ਉੱਤੇ ਯਕੀਨ ਰੱਖਿਆ, ਵਿਸ਼ਵਾਸ ਰੱਖਿਆ, ਆਪਣੇ ਧਰਮ ਤੇ ਅਡੋਲ ਰਹੇ। ਹੁਣ ਜਿਹੜਾ ਧਰਮ ਹੈ ਇਹ ਇਦਾਂ ਦਾ ਵਿਸ਼ਾ ਹੈ ਕਿ ਤੁਸੀਂ ਇਹਦੇ ਉੱਪਰ ਧਰਮ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਹੀਂ ਬਦਲ ਸਕਦੇ। ਨਾ ਤੇ ਇਹਨੂੰ ਕਿਸੇ ਤਰਕ ਦੇ ਆਧਾਰ ਤੇ ਬਦਲਿਆ ਜਾ ਸਕਦਾ ਹੈ, ਨਾ ਇਹਨੂੰ ਕਿਸੇ ਦਲੀਲ ਦੇ ਆਧਾਰ ਤੇ ਬਦਲਿਆ ਜਾ ਸਕਦਾ, ਨਾ ਇਹਨੂੰ ਕਿਸੇ ਲਾਲਚ ਵਸ ਬਦਲਿਆ ਜਾ ਸਕਦਾ ਹੈ। ਧਰਮ ਕਿੱਥੋਂ ਬਣਿਆ? ਤਾਂ ਸੰਸਕ੍ਰਿਤ ਦੇ ਵਿੱਚ ਧਾਤੂ ਹੁੰਦੀ ਨਾ, ਬੀਜ, ਜਿਵੇਂ ਬੀਜ ਤੋਂ ਦਰਖਤ ਪੈਦਾ ਹੁੰਦਾ, ਧਰੀ ਧਾਤੂ ਤੋਂ ਧਰਮ ਸ਼ਬਦ ਬਣਦਾ ਹੈ, ਜਿਹਦਾ ਮਤਲਬ ਧਾਰਨ ਕਰਨਾ। ਜਦੋਂ ਕਿਸੇ ਚੀਜ਼ ਨੂੰ ਧਾਰਨ ਕਰ ਲਿਆ ਫਿਰ ਉਹਨੂੰ ਛੱਡਣਾ ਨਹੀਂ। ਅਸੂਲ, ਉਹ ਅਸੂਲ ਜਿਹਨੂੰ ਕਿਸੇ ਕੀਮਤ ਤੇ ਬਦਲਿਆ ਨਹੀਂ ਜਾ ਸਕਦਾ, ਕਿਸੇ ਤਰਕ ਵਿਤਰਕ ਤੇ ਵੀ ਤੁਸੀਂ ਉਹਨੂੰ ਛੱਡ ਨਹੀਂ ਸਕਦੇ। ਮੰਨ ਲਓ ਕੋਈ ਸਿੱਖਾਂ ਨੂੰ ਤਰਕ ਦਵੇ ਵੀ ਦੇਖੋ ਜੀ ਹਿੰਦੂ ਵੀ ਨਹੀਂ ਕੇਸ ਰੱਖਦੇ, ਮੁਸਲਮਾਨ ਵੀ ਨਹੀਂ ਰੱਖਦੇ, ਤੁਸੀਂ ਕਿਉਂ ਰੱਖਦੇ? ਇਹ ਤਰਕ ਆ ਨਾ। ਪਰ ਇਸ ਤਰਕ ਅੱਗੇ ਵੀ ਅਸੀਂ ਆਪਣਾ ਅਸੂਲ ਨਹੀਂ ਬਦਲਾਂਗੇ ਜਿਹੜੇ ਕੇਸ ਰੱਖਣੇ। ਹੁਣ ਤਰਕ ਤੇ ਇਹੋ ਜਿਹੇ ਮਾੜੇ ਨੇ, ਤੁਸੀਂ ਵੀ ਗੁੱਸਾ ਨਾ ਕਰਿਓ ਕੋਈ, ਜੇ ਤਰਕ ਦੀ ਗੱਲ ਕਰੋਗੇ ਤੇ ਫਿਰ ਸ਼ਰਾਬ ਸਹੀ ਸਾਬਤ ਹੁੰਦੀ, ਜੇ ਤਰਕ ਤੇ ਚੱਲੋਗੇ, ਦਲੀਲ ਤੇ ਚੱਲੋਗੇ। ਇਸਲਾਮ ਧਰਮ ਅੱਜ ਦੁਨੀਆ ਵਿੱਚੋਂ ਉਹਨਾਂ ਦੀ ਗਿਣਤੀ ਕੋਈ ਦੂਸਰੇ ਨੰਬਰ ਤੇ ਸਭ ਤੋਂ ਜ਼ਿਆਦਾ। ਆਪਣੇ ਈਸਾਈਆਂ ਦੀ 1 ਨੰਬਰ ਕਨਵਰਜਨ, ਬਦਲਣਾ, ਕਿਸੇ ਦਾ ਧਰਮ ਬਦਲਣਾ। ਇਹਨਾਂ ਦੀ ਪ੍ਰੋਡਕਸ਼ਨ 4-4 ਵਿਆਹ, 8-8 ਨਿਆਣੇ, ਇੱਕ ਸਾਲ 'ਚ ਇੱਕ ਪਿੰਡ ਬਣਾ ਦਿੰਦੇ ਪ੍ਰੋਡਕਸ਼ਨ ਕਰਕੇ, ਬਹੁਤੇ ਵਿਆਹ ਕਰਕੇ ਜਾਂ ਜ਼ੁਲਮ ਕਰਕੇ। ਪੁਰਾਣੇ ਸਮੇਂ ਦੇ ਵਿੱਚ, ਅੱਜ ਵੀ ਇੱਕ ਦੂਜੇ ਨਾਲ ਲੜਾਈ। ਇਸਲਾਮ ਧਰਮ ਦੀਆਂ 5 ਨਮਾਜ਼ਾਂ ਸੀ,
नबी साहब ने, मुहम्मद साहब ने, हजरत साहब ने बन्नियां खुदा दी मंजूरी नाल। हुण तुसी मैं एक तुहानूं बेनती करां भी वो 5 नमाजां 'च फर्क आया अजे तक? दसो भला। घटाइयां किसे ने? 3 कीतियां किसे ने? 2 कीतियां किसे ने? जिन्ने भी जे इहो जी गल कीती ते वो धौण ला के पासे रख दिंदे। वो कहंदे जो करके बस ठीक ओहो ही रहणगे, कोई दलील नहीं, कोई अपील नहीं। ते साडे वाले 7 ਤੋਂ 5, 5 ਤੋਂ 3 ਤੇ कई कहंदे पाठ करन दी लोड़ ही नहीं। फर्क है कि नहीं? सानू तो सिर्फ 500 साल होया ते असूल बदलने भी शुरू हो गए, कदी वधा ले ते कदी घटा ले, आप दे हिसाब नाल सुख सहूलत ना बदल ले। तां कहंदे धर्म जिहड़ा है ना वो किसी भी दलील ते नहीं बदलिया जा सकता, ना ही उहदे असूल बदले जा सकते। जे सिखां ने केस रखने ने, गुरु की मोहर है तो फिर रखने ने। इसे तरह हिंदू धर्म है। हुण तुसीं हैरान होवोगे जनेऊ पहनना। औरंगजेब ने किन्ना जुल्म कीता, सवा मन। ये रवायत है कि वह जंजू ला के प्रशादा छकदा सी ते जंजू किते किड्डा क भारा हुंदा, एवें हल्का जिहा धागा ते 1.25 मन जंजू। रवायत है ना, किन्ने हिंदू मारते होणगे ते फिर किते जाके 1.25 मन बनदा हो, नहीं तो धागे दा भार किन्ना क किते कुछ भी। पर की उन्हां जनेऊ पाउणे छड्डते? की उन्हां बोदियां रखणियां छड्डतियां? 33 करोड़ देवता लोकां ने मखौल कीते पर उन्हां नहीं छड्डे। करी जाओ, साडी सेहत ते की असर? साडा धर्म है। जे उन्हां नूं कहीए तुसीं वर्त क्यों रखदे हो? गुरबाणी मुताबक वर्त की है? माड़ा ना देखो, माड़ा ना बोलो, माड़ा ना सुनो, वेख पराइयां चंगियां, मावां भैणां धीआं जाने। वर्त रखना तो ये रखो। ये की है? तर्क, दलील। पर वो कहंदे नहीं, ये बहुत वधिया वा, ये भी चाहिदी आ, पर असीं रोटी छड्डणी है। हालांकि जिहड़ियां बीबियां करवा चौथ दा वर्त रखदियां ने, ये सिखां दा ते कोई इहदे नाल लैणा देना नहीं, पर सिखां दे घर च भी बीबियां रखी जांदियां ने। हुण जे कोई भैण मेरी गुस्सा करे, करवा चौथ दा वर्त रखण नाल घर वाले दी उम्र नहीं वधदी। पता किदां वधदी? जे विचारी चुप रखण दा वर्त रखे, थोड़ा घट बोलिया करे तो उही विचारा 4 साल वध कट देगा। करवा चौथ दे वर्त नाल उम्र भी वधदी किसे। पर उन्हां दा धर्म वो नहीं छड्डणगे। वो साइंटिफिक ही उहदी व्याख्या करके तुहानूं दसणगे भी इस ढिड नूं टोआ ना बनाओ। हफ्ते च 1 दिन रोटी छड्डोगे तो शरीर तंदुरुस्त रहूगा। ये तो हुई साइंटिफिक गल। पर रोटी छड्डिया किसी की उम्र वधदी है, गुरबाणी ते इहदे नाल सहमत नहीं। पर हिंदू धर्म नहीं छड्डूगा। आप हैरान होवोगे जे गुण ते औगण की गल करिए ते अगलियां ने गऊ दे पेशाब च ही इन्ने गुण गणाते आ। हुण की मैं बेनती करदा, चंगा नहीं लगता बंदे हो के गऊ दा पेशाब पी जांदे। की कवां हुण स्टेज ते महाराज ते ताबिया ते। एक ने वीडियो पाती, वो गोबर खाई जांदा। दसो की करूगा बंदा? जे असीं तर्क की गल करिए, गुण औगण की गल करिए, तो वो कहंदे गुण गऊ दे पेशाब च ही बहुत ज्यादा ने। हुण जे असीं तर्क की गल करिए, गुण की गल करिए, तां सब तो वध शाकाहारी दुनिया च किहड़ी चीज है? सब तो वध शाकाहारी
ਉਹ ਹੈ ਸ਼ਰਾਬ। ਦੁੱਧ ਵੀ ਸ਼ਾਕਾਹਾਰੀ ਨਹੀਂ, ਕਿਉਂ? ਚੰਮ ਤੋਂ ਬਣਿਆ। ਪਰ ਇਹ ਕਿੱਥੋਂ ਬਣੀ ਫਿਰ? ਫਲਾਂ ਤੋਂ। ਹੁਣ ਇਹ ਤਰਕ ਤੁਹਾਡਾ ਮਨ ਬਦਲ ਸਕਦਾ ਹੈ। ਲਓ ਜੀ, 100% ਵੈਜੀਟੇਰੀਅਨ ਚੀਜ਼ ਕੀ ਹੈ? ਸ਼ਰਾਬ, ਜਿਹਦੇ ਵਿੱਚ ਚੰਮ ਦੀ ਕੋਈ ਅੰਸ਼ ਹੀ ਨਹੀਂ ਹੈਗੀ। ਪਰ ਕੀ ਮੁਸਲਮਾਨਾਂ ਪੀਣੀ ਸ਼ੁਰੂ ਕਰਤੀ ਫਿਰ? ਉਹਨਾਂ ਆਖਿਆ ਸ਼ਰਾਬ ਹਰਾਮ ਆ ਤੇ ਹਰਾਮ ਆ, ਸਾਨੂੰ ਇਹਦੇ ਗੁਣ ਉਗੜ ਨਾ ਦੱਸ। ਇਹ ਪੀਤਿਆਂ ਲਹੂ ਪਤਲਾ ਹੋ ਜਾਊਗਾ, ਤੈਨੂੰ ਹਾਰਟ ਅਟੈਕ ਨਾ ਹੋਊਗਾ। ਇਹ ਗੱਲਾਂ ਆਪਦੀਆਂ ਆਪਦੇ ਕੋਲ ਰੱਖੋ। ਕਹਿੰਦੇ ਜੋ ਸਾਡੇ ਵੱਡੇ ਕਰਕੇ ਅਸੀਂ ਤੇ ਉਹਨੂੰ ਮੰਨਣਾ। ਇਸੇ ਤਰ੍ਹਾਂ ਯਹੂਦੀ ਧਰਮ ਹੈ, ਸ਼ਰਾਬ ਹਰਾਮ ਹੈ ਤੇ ਹਰਾਮ। ਜੇ ਅਸੀਂ ਤਰਕ ਵਿਤਰਕ ਤੇ ਪਈਏ ਤੇ ਧਰਮ ਦੇ ਅਸੂਲ ਟੁੱਟ ਜਾਂਦੇ ਨੇ। ਹੁਣ ਮੁਸਲਮਾਨ ਕੁਝ ਵੀ ਨਹੀਂ ਛੱਡਦਾ, ਤੇ ਬੰਦਾ ਪੁੱਛੇ ਵੀ ਸੂਰ ਤੁਹਾਨੂੰ ਦੰਦੀਆਂ ਵੜਦਾ, ਹੋਰ ਕੋ ਤੇ ਤੁਸੀਂ ਛੱਡਦੇ ਨਹੀਂ। ਉਹ ਕਹਿੰਦੇ ਨਹੀਂ, ਸਾਡਾ ਧਰਮ ਹੈ। ਜਦੋਂ ਸਾਡੇ ਨਬੀ ਨੇ ਕਿਹਾ ਵੀ ਨਹੀਂ ਖਾਣਾ ਤੇ ਨਹੀਂ ਖਾਣਾ, ਗੱਲ ਮੁੱਕੀ। ਜਿਹੜਾ ਧਰਮ ਹੁੰਦਾ ਹੈ ਨਾ, ਇਹ ਬਦਲਦਾ ਤਰਕ ਵਿਤਰਕ ਨਾਲ। ਸਿੱਖਾਂ ਨੂੰ ਜੇ ਕੋਈ ਤਰਕ ਦਵੇ ਵੀ ਕੇਸ ਨਾ ਰੱਖੋ, ਤੁਸੀਂ ਮੰਨ ਜਾਓਗੇ? ਫਿਰ ਕਦੀ ਵੀ ਨਾ। ਇਹ ਬਦਲਦਾ ਗੁਣ ਔਗਣ ਦਰਸਾਇਆ, ਨਾ ਇਹ ਬਦਲਦਾ ਕਿਸੇ ਕੀਮਤ ਉੱਤੇ, ਲਾਲਚ ਉੱਤੇ, ਲੋਭ ਉੱਤੇ। ਇਹ ਮੈਂ ਕੋਈ ਆਪਣੇ ਘਰੋਂ ਗੱਲ ਨਹੀਂ ਕਰਦਾ, ਆਪਣੇ ਮਨ ਦੀ ਮਤ ਨਹੀਂ ਦੱਸਦਾ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ। ਮਹਾਰਾਜ ਕੀ ਕਹਿੰਦੇ ਨੇ? ਹੁਣ ਦੇਖੋ, ਉਦਾਹਰਣ ਦੇ ਤੌਰ ਤੇ ਰਾਮ ਦੇ ਵਿੱਚ ਤੇ ਖੁਦਾ 'ਚ ਫਰਕ ਨਹੀਂ। ਰਾਮ ਵੀ ਉਹੀ ਹੈ ਤੇ ਖੁਦਾ ਵੀ ਉਹੀ। ਕਲਗੀਧਰ ਜੀ ਦੀ ਬਾਣੀ ਹੈ ਜੀ, ਦੇਹਰਾ ਮਸੀਤ ਸੋਈ ਪੂਜਾ ਨਿਵਾਜ ਹੋਈ, ਮਨ ਸਭ ਏਕ ਕੋ ਪ੍ਰਭਾਵੋ ਹੈ। ਦੋ ਛੰਦ ਨੇ ਉਹਨਾਂ ਦੇ, ਤੇ ਕਬੀਰ ਸਾਹਿਬ ਦਾ ਇੱਕ ਪੂਰਾ ਸ਼ਬਦ ਹੈ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੱਲ ਦੀ ਗੱਲ ਹੈ, ਪਾਕਿਸਤਾਨ 'ਚ ਈਸਾਈ ਬੰਦਾ ਜਿਉਂਦਾ ਤੇਲ ਪਾ ਕੇ ਸਾੜ ਕੇ ਫੂਕਦਾ, ਕਿਉਂਕਿ ਦੂਜੇ ਧਰਮ ਦਾ ਵਾ। ਤੇ ਇਹ ਸਿੱਖ ਧਰਮ ਕਿਦਾਂ ਦਾ ਵਾ? ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨੇ ਆਏ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਚੌ ਵਰਨਾ ਕੋ ਸਾਂਝਾ। ਕੋਈ ਆਵੇ, ਆਪਾਂ ਪੜ੍ਹਦੇ ਹੁੰਦੇ ਸੀ ਨਾ, ਜੋ ਆਵੇ ਸੋ ਰਾਜੀ ਜਾ। ਇਹ ਕੀ ਹੈ? ਸਿੱਖ ਧਰਮ। ਭਗਤ ਨਾਮਦੇਵ ਜੀ ਦੀ ਉਦਾਹਰਣ ਤੋਂ ਵੱਧ ਕਿਹਦੀ ਉਦਾਹਰਣ ਹੈ? ਸ਼੍ਰੀਮਾਨ ਬ੍ਰਹਮ ਗਿਆਨੀ ਬਾਬਾ ਨਾਮਦੇਵ ਸਾਹਿਬ, ਬਾਦਸ਼ਾਹ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਉਂਦਾ ਹੈ, ਤੇ ਮਾਤਾ ਦਾ ਮੋਹ ਬਹੁਤ ਹੁੰਦਾ ਹੈ, ਤੇ ਮਾਤਾ ਜੀ ਉਹਨੂੰ ਸਮਝਾਉਂਦੇ ਨੇ, ਸੰਤ ਨੂੰ, ਉਸ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਨੂੰ, ਛੋੜ ਰਾਮ ਕੀ ਨਾ ਭਜੈ ਖੁਦਾਏ। ਛੱਡ ਰਾਮ ਦਾ ਖਹਿੜਾ, ਰਾਮ ਰਾਮ ਕਹਿਣਾ ਤੇ ਮਰਵਾਉਂਦਾ ਪਿਆ ਵਾ। ਹੁਣ ਖੁਦਾ ਖੁਦਾ ਕਹਿ ਤੇ ਬਾਜਾ। ਰਾਜਨੀਤੀ ਤੇ ਇਹ ਕਹਿੰਦੀ ਹੈ ਵੀ ਟਾਈਮ ਸਾਰ ਆਪਦਾ। ਛੋੜ ਰਾਮ ਕੀ ਨਾ, ਜਿਹੜੇ ਰਾਮ ਰਾਮ ਨੂੰ ਕਰਦਾ ਰਿਹਾ, ਉਹ ਰਾਮ ਰਾਮ ਤੇ ਤੈਨੂੰ ਇੱਥੇ ਲੈ ਆਇਆ। ਖੁਦਾ ਖੁਦਾ ਕਰ। ਤੇ ਨਾਲੇ ਮਾਤਾ ਨੇ ਤਰਕ ਦਿੱਤਾ। ਕੀ ਤਰਕ ਦਿੱਤਾ? ਰਾਮ ਤੇ ਖੁਦਾ 'ਚ ਭੇਦ ਨਹੀਂ, ਫਰਕ ਨਹੀਂ। ਪਰ ਸ਼੍ਰੀਮਾਨ ਭਗਤ ਨਾਮਦੇਵ ਜੀ ਮਹਾਰਾਜ ਨੇ ਕੀ ਆਖਿਆ? ਉਹ ਕਹਿੰਦੇ ਜ਼ਿੰਦਗੀ ਬਚਾਉਣ ਵਾਸਤੇ ਹੁਣ ਰਾਮ ਦੀ ਜਗ੍ਹਾ ਖੁਦਾ ਕਵਾਂ, ਮੈਨੂੰ ਵੀ ਪਤਾ ਵੀ ਰਾਮ ਤੇ ਖੁਦਾ 'ਚ ਫਰਕ ਨਹੀਂ, ਪਰ ਜਾਨ ਬਚਾਉਣ ਵਾਸਤੇ ਹੁਣ ਰਾਮ ਦੀ ਜਗ੍ਹਾ ਖੁਦਾ ਕਵਾਂ। ਉਹਨਾਂ ਕੰਮ ਹੀ ਨਿਬੇੜਤਾ, ਨਾ ਹਉ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ, ਪਿੰਡ ਪਰੇ ਤੋਂ ਹਰ ਗੁਣ ਗਾਏ। ਉਹਨਾਂ ਕੰਮ ਹੀ ਨਿਬੇੜਤਾ, ਕਹਿੰਦੇ ਤੂੰ ਮੇਰੀ ਮਾਂ ਹੀ ਨਹੀਂ ਹੈਗੀ,
ਤੇ ਕੀ ਕਹਿ ਦਿੱਤਾ ਨਵਾਬ ਨੂੰ, ਅਫਸਰਾਂ ਨੂੰ, ਇਹ ਕਿਹੜੀ ਬੁੱਢੜੀ ਫੜ ਕੇ ਲੈ ਆਏ ਹੋ, ਇਹ ਤੇ ਮਾਂ ਹੀ ਨਹੀਂ ਮੇਰੀ, ਭੁਲੇਖੇ ਨਾ ਆ ਗਈ। ਤੇ ਕੀ ਉਹਨਾਂ ਨੇ ਘੋਸ਼ਣਾ ਕੀਤੀ, ਐਲਾਨ ਕੀਤਾ ਕਿ ਨਾਮਦੇਵ ਦਾ ਸਰੀਰ ਵੀ ਭਾਵੇਂ ਲੱਗ ਜੇ ਲੇਖੇ, ਪਰ ਰਾਮ ਨਹੀਂ ਹੁਣ ਛੱਡਿਆ ਜਾਣਾ। ਭਾਵੇਂ ਕਿ ਰਾਮ ਤੇ ਖੁਦਾ 'ਚ ਫਰਕ ਨਹੀਂ, ਪਰ ਇੱਥੇ ਗੱਲ ਆ ਗਈ ਜਾਨ ਬਚਾਉਣ ਤੇ। ਭਾਈ ਸਾਹਿਬ ਭਾਈ ਕਨਈਆ ਸਾਹਿਬ ਦੀ ਬੜੀ ਪ੍ਰਸਿੱਧ ਸੰਪਰਦਾ ਸੇਵਾ ਪੰਥੀ। ਸੇਵਾ ਪੰਥੀ ਮੈਨੇ ਪੰਥ, ਮੈਨੇ ਰਾਹ, ਜਿਨ੍ਹਾਂ ਦਾ ਰਾਹ ਵਾ ਸੇਵਾ ਹੀ ਕਰਨੀ ਆ ਬਸ। ਕਿੰਨੇ ਸੇਵਾ ਲਾਈ ਕਲਗੀਧਰ ਮਹਾਰਾਜ, ਪਾਣੀ ਪਿਆਉਣ ਦੇ ਨਾਲ ਮਲਮ ਟੀ ਦਿੱਤੀ ਕਿ ਇਹ ਵੀ ਕਰੋ। ਭਾਈ ਸਾਹਿਬ ਭਾਈ ਕਨਈਆ ਸਾਹਿਬ ਦੀ ਇਸ ਸ਼ਾਖ ਦੇ ਵਿੱਚੋਂ ਇੱਕ ਗੁਰਸਿੱਖ ਮਹਾਂਪੁਰਸ਼ ਹੁੰਦੇ ਨੇ ਭਾਈ ਅੱਡਣ ਸਾਹਿਬ, ਬੜੇ ਪ੍ਰਸਿੱਧ ਨੇ। ਬੜਾ ਸਾਹਿਤ ਉਹਨਾਂ ਦਾ, ਉਹਨਾਂ ਦੇ ਪ੍ਰੇਮੀਆਂ ਦਾ, ਨਾਲਦਿਆਂ ਦਾ ਰਚਿਆ ਹੋਇਆ ਤੁਹਾਨੂੰ ਪੜ੍ਹਨ ਵਾਸਤੇ ਮਿਲੇਗਾ, ਤੇ ਗੱਲਾਂ ਬੜੀਆਂ ਸੁੰਦਰ ਲਿਖੀਆਂ। ਉਦਾਹਰਣ ਦੇ ਤੌਰ ਤੇ ਪਹਿਲਾ ਪੇਜ ਤੁਸੀਂ ਉਸ ਪੋਥੀ ਦਾ ਖੋਲੋ ਤੇ ਕੀ ਲਿਖਿਆ, ਬਿਨਾ ਕਹੇ ਕੀਤਾ ਪ੍ਰੇਮ ਦੀ ਨਿਸ਼ਾਨੀ। ਮੈਨੂੰ ਬਹੁਤ ਸੋਹਣੀ ਗੱਲ ਲੱਗੀ, ਇਹ ਲਿਖਣੀ ਚਾਹੀਦੀ ਗੁਰਦੁਆਰਿਆਂ ਦੀਆਂ ਕੰਧਾਂ ਤੇ, ਬਿਨਾ ਕਹੇ ਕੀਤਾ ਪ੍ਰੇਮ ਦੀ ਨਿਸ਼ਾਨੀ। ਤੇ ਕਹਿ ਕੇ ਕਰਵਾਇਆ, ਕਹਿੰਦੇ ਅੱਧ ਗਿਆ ਜਦੋਂ ਕਹਿ ਕੇ ਕਰਵਾਇਆ, ਤੇ ਜੇ ਕਹੇ ਤੇ ਬਿਨਾ ਨਾ ਕੀਤਾ ਕਹਿੰਦੇ ਪੂਰਾ ਹੀ ਗਿਆ। ਬਿਨਾ ਕਹੇ ਕੀਤਾ ਪ੍ਰੇਮ ਦੀ ਨਿਸ਼ਾਨੀ, ਸੇਵਾ ਬਿਨਾ ਕਹੇ ਕੀਤੀ। ਤੇ ਜੇ ਕਹਿ ਕੇ ਕਰਾਈ ਤੇ ਫੇਰ ਵੀ ਅੱਧ ਗਿਆ, ਤੇ ਜੇ ਕਹਿ ਕੇ ਇੰਨੀਆਂ ਬੇਨਤੀਆਂ ਕਰਕੇ, ਏਡੇ ਵੱਡੇ ਉਪਰਾਲੇ ਕਰਕੇ ਫੇਰ ਵੀ ਨਾ ਕੀਤਾ, ਤੇ ਕਹਿੰਦੇ ਫਿਰ ਪੂਰਾ ਹੀ ਗਿਆ ਹੈ। ਬੜੀ ਸੁੰਦਰ ਗੱਲ ਹੈ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ, ਇਸ ਇਤਿਹਾਸ ਨਾਲ ਸੰਬੰਧਿਤ ਗੱਲਾਂ, ਕਿਉਂਕਿ ਜਿਹੜੇ ਢਾਡੀ ਸਿੰਘ ਦੇ ਨਾ, ਕਵੀਸ਼ਰ ਸਿੰਘ ਦੇ, ਉਹਨਾਂ ਇਹ ਇਤਿਹਾਸ ਤੁਹਾਨੂੰ ਬੜੇ ਬੀਰ ਰਸ ਦੇ ਵਿੱਚ, ਵਿਰਾਗ ਦੇ ਵਿੱਚ ਉਹਨਾਂ ਸੁਣਾਉਣਾ ਹੈ। ਤੇ ਇਹ ਇਦਾਂ ਦਾ ਇਤਿਹਾਸ ਹੈ ਜਿਹੜਾ ਜ਼ਿੰਦਗੀ ਬਦਲ ਦਿੰਦਾ ਹੈ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂਵਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੇ ਕਥਾ ਕੀਤੀ। ਫਿਰ ਉਹਨਾਂ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਜੀ ਮਹਾਰਾਜ, ਉਹਨਾਂ ਦੇ ਗ੍ਰੰਥ ਦੀ ਪੂਰੀ ਕਥਾ ਕੀਤੀ, ਬੜਾ ਵੱਡਾ ਹੈ। ਉਹਦੇ ਬਾਅਦ ਉਹਨਾਂ ਨੇ ਫਿਰ ਪੰਥ ਪ੍ਰਕਾਸ਼ ਦੀ ਕਥਾ ਕੀਤੀ। ਗੁਰੂ ਜੀ ਦੇ ਇਤਿਹਾਸ ਤੋਂ ਬਾਅਦ ਫਿਰ ਕਿਹਦਾ ਇਤਿਹਾਸ? ਪੰਥ ਦਾ ਇਤਿਹਾਸ, ਖਾਲਸੇ ਦਾ ਇਤਿਹਾਸ। ਐਸਾ ਅਸਰ ਪਿਆ ਜਦੋਂ ਉਹਨਾਂ ਨੇ ਇਹ ਇਤਿਹਾਸ ਦੀ ਕਥਾ ਕੀਤੀ, ਫਿਰ ਉਹਨਾਂ ਦੀ ਝੋਲੀ ਵਿੱਚ ਇੱਕ ਧਾਰਨਾ ਪਈ। ਇਸ ਕਥਾ ਤੋਂ ਬਾਅਦ, ਇਸ ਕਥਾ ਤੋਂ ਬਾਅਦ ਇੱਕ ਉਹਨਾਂ ਧਾਰਨਾ ਫਿਰ ਪੜ੍ਹਨੀ ਸ਼ੁਰੂ ਕੀਤੀ, ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਹਰ ਦੀਵਾਨ 'ਚ ਪੜ੍ਹੀ, ਹਰ ਨਗਰ ਕੀਰਤਨ 'ਚ ਪੜ੍ਹੀ। ਤੇ ਫਿਰ ਜਿਵੇਂ ਰੱਬ ਮੂੰਹੋਂ ਆਪ ਕਢਾਉਂਦਾ ਹੈ, ਜਿੱਦਣ ਉਹਨਾਂ ਦਾ ਸਰੀਰ ਸ਼ਾਂਤ ਹੁੰਦਾ, ਐਕਸੀਡੈਂਟ ਹੁੰਦਾ ਹੈ, ਡਾਕਟਰ ਪੁਰਾਣਾ ਇਲਾਜ ਸੀ ਇੱਥੇ ਆਪਣੇ ਲਾਗੇ ਲੁਧਿਆਣੇ ਲੈ ਆਏ, ਤਾਂ ਡਾਕਟਰ ਕਹਿੰਦੇ ਜੀ ਸਰੀਰ ਦੇ ਵੱਖੀ ਦੇ ਇੱਕ ਪਾਸੇ ਆਪਰੇਸ਼ਨ ਹੋਣਾ ਸੀ ਨਾ, ਪਸਲੀਆਂ ਇੱਕ ਬੰਨੇ ਚਲੇ ਗਈਆਂ, ਤੇ ਡਾਕਟਰ ਕਹਿੰਦੇ ਜੀ ਜਿਹੜੇ ਆਪਣੇ ਆ ਛਾਤੀ ਤੇ ਢਿੱਡ ਤੇ ਨਿੱਕੇ ਨਿੱਕੇ ਰੋਮ ਆ ਨਾ, ਵਾਲ, ਕੇਸ ਤੇ ਆਪਾਂ ਕਹਿੰਦੇ ਸਿਰ ਵਾਲਿਆਂ ਨੂੰ, ਜਿਹੜੇ ਸਰੀਰ ਤੇ ਜਿਨ੍ਹਾਂ ਨੂੰ ਆਪਾਂ ਰੋਮ ਕਹਿੰਦੇ, ਕੇਸਾਂ ਦਾ ਤੇ ਰੋਮਾਂ ਦਾ ਫਰਕ, ਇਹ ਕੱਟਣੇ ਪੈਣੇ ਆ ਰੋਮ। ਪੁਰਾਣਾ ਸਮਾਂ, ਅੱਜ ਕੱਲ ਵਰਗੇ ਇਲਾਜ ਨਹੀਂ, ਵੀ ਅੱਜ ਕੱਲ ਤੇ ਇਲਾਜ ਬੜੇ ਵਧੀਆ ਆ ਗਏ, ਇਹ ਕੱਟਣੇ ਪੈਣੇ ਆ, ਤੇ ਮਾਈਨਰ ਜਿਹਾ ਆਪਰੇਸ਼ਨ ਆ, ਨਿੱਕਾ ਜਿਹਾ। ਤੇ ਸੰਤ ਜੀ ਨੰਬਰ 9, ਇਹ ਸੰਤ ਕਹਿੰਦੇ ਓਏ ਇਸ
शरीर की उम्र निभाउण वास्ते हुण मैं अपने रोम कटा ला उम्र वधाउण लई। कहंदे की होऊगा, कहंदे जी लंमी जिंदगी भोगोगे, कहंदे फेर नहीं मरना, 17 साल बाद नहीं मरना, सगों लत्तां घड़ीस के मरना मंजे ते पै गए। इहदे नालों की है, कहंदे सिੱਖੀ सिदक रख के मरिया जाए, मरना ते पैना ही है सारे। ते फिर की होया, सिर फेरता उन्होंने भी नहीं ऑपरेशन होगा जी, जोर ला के हट गए सारे, नहीं मन्ने। कहंदे सारी संगत च असीं पढ़ते रहे सिर जावे तां जावे, मेरा सिੱਖੀ सिदक ना जावे। हुण ये झूठे शरीर की उम्र वधाउण वास्ते हुण ऑपरेशन करा के केस कटा लईए, रोम कटा लईए। तां संतां नूं ये धारना कित्थों मिली जिहड़ी उन्हां हर दीवान च पढ़ी, जिद्दण संतां ने इस इतिहास की कथा की जिन्हों पंथ प्रकाश कहते, ते हर दीवान च वो फिर पढ़ते रहे, सिर जावे तां जावे, मेरा सिੱਖੀ सिदक ना जावे। भाई साहब भाई अड्डण साहब जी की बड़ी ख्याति हुई, प्रसिद्धि हुई। लाहौर दे विच एक पीर रहिंदा है, सूबे दा आदेश है कि जिहड़ा सिख दी 10 पावे उन्होंने इन्ने रुपये, जिहड़ा फड़ के लियावे उन्होंने इन्ने रुपये, जिहड़ा सिर वढ़ के लियावे उन्होंने इन्ने रुपये। उस पीर नूं पता लगा कि भाई अड्डण साहब रब दा प्यारा वा ते वाहिगुरू परमेश्वर तक उहदी पहुंच है, रब उहदी मनदा वा। हुण इस पीर नूं कौन मानदा है? लाहौर दा सूबा, बादशाह उत्थे लिखिया आवेगा भी बादशाह भी इहनूं मनदा है। भाई अड्डण साहब नूं पता लगा कि जिस पीर नूं, जिस फकीर नूं बादशाह भी मनदा वा, सूबा भी मनदा वा, वो मेरे दर्शन करना चाहुंदा है। भाई अड्डण साहब रब दे प्यारे कलगीधर दे दुलारे सन। उन्हां सोचिया भी जे पीर मैनू मिलना आया ना ते गल ते उड्डणी आ, फिर जिन्ने बादशाह दे भाव सूबे दे मंत्री आ अफसर आ वो भी सारे मैनू मिल आउणगे। वो आउणगे, उन्हां पिछे लुकाई भी आऊगी भी आ काम करा दो जी, साडा इत्थे खूह लवा दो, इत्थे आ करा दो, पुराना समा सी। ते फिर ते भजन बंदगी हो गई। इहदे नालों की करिए, कहंदे एडे स्यापे नालों आप ही पीर नूं मिल आओ जाके। वेखो रब दे प्यारे, कि जे बादशाह मिलिया तो फिर बंदगी हो गई, फिर ते राजनीति होगी। तां फकीर लोग सन, भगत लोग सन, संत लोग सन, तां चले गए। उधरों पीर भी तुर लगा पालकी चढ़ के, इधरों भाई अड्डण साहब आ गए तो सेवकां दस्सिया जी जिन्हां दे तुसीं दर्शन करन चले हो सामने आ रहे। तां बड़ा सत्कार कीता, माण कीता, आसन ते बिठाया। इन्ने चिर नूं सूबा भी आ गया जिन्हें सिंघां दे सिरां दे मुੱਲ पाए। ਉਹਨੂੰ चढ़ गुस्सा गया ਜਦੋਂ ਉਹਨੇ ਵੇਖਿਆ सिर ते पग। ਹੁਣ पग की है? 2.5 मीटर कपड़ा ही है, कपा ही है। पर ये 2.5 मीटर की महानता पता की है? 10,000 बंदा भी खलोता होवे, एक पग बन के विच चलिया जावे, सब तो वखरा। 10,000 बंदे की पछाण नहीं रहिंदी एक पग वाले की पछाण। अज दुनिया की गिणती 7 अरब के नेड़े पहुंच चुकी है, 700 करोड़ के नेड़े पहुंच चुकी है। पर यह 2.5 मीटर सिर ते बन ला ते दुनिया च गवाचेगा ना। नहीं बननी लाउणी आ ते जिथे 700 करोड़ उत्थे तू भी तुरिया फिर कौन जानदा। ते भाई साहब दे सिर ते पग ते चेहरे उत्ते दाड़ा चांदी वर्गा सोहना वेख के इनू सत्ती कपड़ी अग लगी ते की मूंहों निकलिया नफरत दे बोल। ये मरेले गुरु दा सिख। आप जी जानते ना मरेला गुरु किनू कहंदे? धन गुरु गोबिंद सिंह महाराज।
ਉਹਨਾਂ ਨਾਲ ਨਫ਼ਰਤ ਕਰਦੇ ਸੀ। ਕਿਉਂ? ਉਹਨਾਂ ਜੰਗ ਹੀ ਇੰਨੇ ਕੀਤੇ, ਦੰਦ ਹੀ ਇੰਨੇ ਖੱਟੇ ਕੀਤੇ। ਉਹਨਾਂ ਤੋਂ ਚਿੜ ਕੇ ਇਹਨਾਂ ਨੇ ਮਹਾਰਾਜ ਦਾ ਨਾਂ ਕੀ ਰੱਖ ਲਿਆ? ਤੁਰਕਾਂ ਨੇ ਮਰੇਲਾ ਗੁਰੂ। ਤਾਂ ਭਾਈ ਸਾਹਿਬ ਨੂੰ ਬਚਾਉਣ ਵਾਸਤੇ ਉਹ ਜਿਹੜਾ ਪੀਰ ਸੀ ਨਾ, ਉਹ ਦਵਾ ਦਵ ਬੋਲਿਆ, ਨਹੀਂ ਜੀ ਇਹ ਮਰੇਲੇ ਗੁਰੂ ਦਾ ਸਿੱਖ ਨਹੀਂ, ਇਹ ਨਾਨਕ ਪੀਰ ਦਾ ਸਿੱਖ, ਇਹ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਸੁਲਾ ਕੁੱਲ ਨੇ ਉਹਨਾਂ ਦਾ ਸਿੱਖ। ਜਦੋਂ ਇੰਨੀ ਗੱਲ ਕਹੀ, ਧੰਨ ਭਾਈ ਅੱਡਣ ਸਾਹਿਬ ਜੀ ਵਜਦ ਵਿੱਚ ਆ ਗਏ, ਜੋਸ਼ ਵਿੱਚ ਆ ਗਏ। ਤੇ ਪਤਾ ਕੀ ਕਹਿੰਦੇ? ਕਹਿੰਦੇ ਮੈਂ ਕਿਸੇ ਗੁਰੂ ਨਾਨਕ ਦਾ ਸਿੱਖ ਨਹੀਂ, ਮੈਂ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ। ਬਾਣੀ ਪੜ੍ਹਨ ਵਾਲੇ ਦਾ ਦਬਦਬਾ ਹੁੰਦਾ ਹੈ, ਜਲਾਲ ਹੁੰਦਾ ਹੈ, ਪ੍ਰਭਾਵ ਹੁੰਦਾ ਹੈ। ਐਸਾ ਪ੍ਰਭਾਵ ਉਹਦੇ ਤੇ ਪਿਆ। ਚਲੋ ਬੋਲਿਆ ਤੇ ਕੁਝ ਨਾ, ਵੀ ਉਹਦਾ ਵੀ ਪੀਰ ਬੈਠਾ ਉੱਥੇ, ਵੀ ਚੱਲ ਬਾਅਦ ਚ ਵੇਖੀ ਜਾਊਗੀ। ਉੱਠ ਕੇ ਚਲਿਆ ਗਿਆ ਗੁੱਸੇ ਦਾ ਮਾਰਾ। ਤੇ ਪੀਰ ਨੇ ਹੱਥ ਜੋੜ ਲਏ, ਕਹਿੰਦੇ ਭਾਈ ਸਾਹਿਬ ਜੀ ਇਹ ਰਾਜਨੀਤਿਕ ਲੋਕ ਆ, ਇਹ ਜ਼ਾਲਮ ਲੋਕ ਆ, ਇਹ ਕੀ ਜਾਣਨ ਰੱਬ ਦੀਆਂ ਗੱਲਾਂ ਤੇ ਰੱਬ ਦੇ ਪਿਆਰਿਆਂ ਦੀਆਂ ਗੱਲਾਂ। ਮੈਂ ਤੇ ਤੁਹਾਡੀ ਜਾਨ ਬਚਾਉਣ ਵਾਸਤੇ ਕਿਹਾ ਸੀ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ, 10ਵੇਂ ਪਾਤਸ਼ਾਹ ਦੇ ਨਹੀਂ। ਕਿਉਂ? ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਇਹ ਕੁਝ ਠੰਡੇ ਰਹਿੰਦੇ, ਤੇ 10ਵੇਂ ਪਾਤਸ਼ਾਹ ਦਾ ਨਾਂ ਲਿਆ ਇਹਨਾਂ ਦੇ ਸੱਤੀ ਕੱਪੜੀ ਅੱਗ ਲੱਗਦੀ। ਕਿਉਂ? ਉਹਨਾਂ ਯੋਧੀ ਇੰਨੇ ਕੀਤੇ, ਉਹ ਸੂਰਬੀਰ ਹੀ ਏਡੇ ਸਨ, ਉਹਨਾਂ ਮੂੰਹ ਹੀ ਇੰਨੇ ਭੰਨੇ ਇਹਨਾਂ ਦੇ। ਤੇ ਮੈਨੂੰ ਇੱਕ ਗੱਲ ਦੱਸੋ ਭਾਈ ਅੱਡਣ ਸਾਹਿਬ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ 'ਚ ਫਰਕ ਹੈ ਕੋਈ? ਜਿਹੜਾ ਜਵਾਬ ਭਾਈ ਅੱਡਣ ਸਾਹਿਬ ਨੇ ਦਿੱਤਾ, ਬਾ ਕਮਾਲ ਜਵਾਬ ਸੀ ਕਿ ਪੀਰ ਜੀ ਰੱਤੀ ਭਰ ਫਰਕ ਨਹੀਂ। ਜੋ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਇੱਕ ਜੋਤ ਇੱਕ ਰੂਪ ਨੇ। ਤੇ ਕਹਿੰਦੇ ਫਿਰ ਤੁਸੀਂ ਇਹ ਗੱਲ ਕਿਉਂ ਕਹੀ ਵੀ ਮੈਂ ਪਹਿਲੇ ਪਾਤਸ਼ਾਹ ਦਾ ਸਿੱਖ ਨਹੀਂ, ਮੈਂ ਤੇ 10ਵੇਂ ਦਾ? ਕਹਿੰਦੇ ਤੂੰ ਮੇਰੀ ਜਾਨ ਬਚਾਉਣ ਵਾਸਤੇ 10ਵੇਂ ਪਾਤਸ਼ਾਹ ਦਾ ਨਾਂ ਲੁਕੋਤਾ। ਤੇ ਮੈਨੂੰ ਇੱਕ ਗੱਲ ਦੱਸ ਵੀ 10ਵਾਂ ਪਾਤਸ਼ਾਹ ਕੋਈ ਆਮ ਹੈ? ਮੀਂਹ ਦੀ ਰੁੱਤ ਹੋਵੇ, ਝੜੀ ਲੱਗੀ ਹੋਵੇ, ਨਦੀ ਚੜੀ ਹੋਵੇ, ਬੜੇ ਸੋਹਣੇ ਬੋਲ ਲਿਖੇ ਆ ਜੀ ਉੱਥੇ ਗ੍ਰੰਥ 'ਚ। ਸੌਣ ਦਾ ਮਹੀਨਾ, ਝੜੀ ਲੱਗੀ ਹੈ, ਨਦੀ ਚੜੀ ਹੋਈ ਹੈ, ਤੇ ਕੋਈ ਸੱਜਣ ਨਦੀ ਦੇ ਵਿੱਚ ਜਾਵੇ ਤੇ ਬਾਅਦ ਚ ਸੁੱਕੇ ਦਾ ਸੁੱਕਾ ਨਿਕਲ ਆਵੇ। ਇਹ ਕੌਣ ਆ? ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਲਯੁਗ ਦਾ ਸਮਾਂ ਹੋਵੇ, 3-3 ਵਿਆਹ ਹੋਣ, ਰਾਜ ਯੋਗ ਕਰਦੇ ਹੋਣ, ਕਲਗੀਆਂ ਲਾਉਂਦੇ ਹੋਣ, ਖਜ਼ਾਨਿਆਂ ਦੇ ਮਾਲਕ ਹੋਣ, ਸੂਰਬੀਰ ਰੱਖੇ ਹੋਣ, ਜਰਨੈਲ ਹੋਣ, ਬਾਦਸ਼ਾਹੀ ਕਰਦੇ ਹੋਣ, ਤੇ ਫੇਰ ਵੀ ਕਲਯੁਗ ਦਾ ਅਸਰ ਹੀ ਨਾ ਪਵੇ। ਇਹ ਕੌਣ ਆ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕ ਮਹਾਂਪੁਰਸ਼ ਤੇ ਉਹ ਆ ਨਾ ਜਿਹੜੇ ਪੈਸੇ ਨੂੰ ਹੱਥ ਹੀ ਨਹੀਂ ਲਾਉਂਦੇ। ਇੱਕ ਮਹਾਂਪੁਰਸ਼ ਕਿਹੜੇ ਨੇ ਜਿਹੜੇ ਪੈਸੇ 'ਚ ਰਹਿ ਕੇ ਵੀ ਨਿਰਲੇਪ ਰਹਿ ਗਏ? ਉਹ ਕੌਣ ਨੇ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਸਾਰੀ ਦੁਨੀਆ ਨੂੰ ਵਿਖਾਇਆ ਕਿ ਮਾਤਾ ਸਾਹਿਬ ਕੌਰ ਜੀ ਦੇ ਨਾਲ ਜਿੱਦਣ ਆਨੰਦ ਕਾਰਜ ਹੋਇਆ, ਵਿਆਹ ਹੋਇਆ, ਤੇ ਮਹਾਰਾਜ ਨੇ ਕੀ ਆਖਿਆ ਸੀ ਵੀ ਅਸੀਂ ਕਰਾਉਣਾ ਤੇ ਇੱਕ ਸੀ, ਸੰਗਤ ਨੇ 2 ਕਰਤੇ, ਹੁਣ ਤੁਸੀਂ ਤੀਜਾ ਕਰਦੇ ਪਏ ਹੋ। ਤੇ ਮਾਤਾ ਜੀ ਦੇ ਪਿਤਾ ਜੀ ਨੇ ਕੀ ਆਖਿਆ ਜੀ ਅਸੀਂ ਤੇ ਅਰਦਾਸ ਕਰਵਾਈ, ਹੁਣ ਕੀ ਕਰੀਏ? ਤੇ ਮਹਾਰਾਜ ਨੇ ਆਖਿਆ ਪੁੱਛ ਲਓ ਫਿਰ ਬੀਬੀ ਨੂੰ, ਮਾਤਾ ਨੂੰ, ਵੀ ਜੱਤ ਸੱਤ ਵਿੱਚ ਰਹਿਣਾ ਪਊਗਾ ਆਨੰਦ ਕਾਰਜ ਤੋਂ ਬਾਅਦ ਵੀ। ਸਾਰੀ ਦੁਨੀਆ ਨੂੰ ਵਿਖਾਇਆ ਇਹ ਦੁਨਿਆਵੀ ਰਾਜਾ ਨਹੀਂ ਜਿਹੜਾ 365 ਵਿਆਹ ਕਰਾਈ ਫਿਰਦਾ। ਫਿਰ ਮਾਤਾ ਦਾ ਕਿੱਡਾ ਵੱਡਾ ਤਪ, ਧੰਨ ਮਾਤਾ ਸਾਹਿਬ ਕੌਰ ਜੀ। ਆਨੰਦ ਕਾਰਜ ਕਲਗੀਧਰ ਨਾਲ ਹੋਇਆ ਤੇ ਦੋਵੇਂ ਹੀ ਸਾਰੀ ਉਮਰ ਜਤੀ ਸਤੀ, ਤੇ ਜਿੱਡੀ ਕਿਸੇ ਦੀ ਬੰਦਗੀ ਓਡਾ ਫਲ। ਤੇ ਫਿਰ ਫਲ ਵੀ ਕਿੱਡਾ ਲੱਗਾ, ਉਹ ਪੁੱਤ ਮਹਾਰਾਜ ਨੇ ਦਿੱਤਾ ਜਿਹੜਾ ਮਰਦਾ ਹੀ ਨਹੀਂ। ਉਹ ਕੌਣ? ਖਾਲਸਾ ਪੰਥ ਮਾਤਾ ਜੀ ਦੀ ਝੋਲੀ 'ਚ ਪਾ ਦਿੱਤਾ, ਜਿਹੜਾ ਕਦੀ ਵੀ ਖਤਮ ਨਹੀਂ ਹੋਵੇਗਾ।
ਤਾਂ ਭਾਈ ਅੱਡਣ ਸਾਹਿਬ ਜੀ ਕਹਿਣ ਲੱਗੇ ਕਿ ਆਪਣੀ ਜਾਨ ਬਚਾਉਣ ਵਾਸਤੇ ਹੁਣ ਇਹ ਕਹਿ ਦਈਏ ਵੀ ਕਲਗੀਧਰ ਦੇ ਸਿੱਖ ਨਹੀਂ, ਪਹਿਲੇ ਪਾਤਸ਼ਾਹ ਦੇ ਅਸੀਂ ਸਿੱਖ। ਇਹ ਨਹੀਂ ਕਹਿ ਸਕਦੇ, ਭਾਵੇਂ ਕਿ ਸਿਰ ਜਾਂਦਾ ਤੇ ਇਹ ਚਲਿਆ ਜਾਵੇ, ਭਾਵੇਂ ਇਹ ਦੁਸ਼ਟ ਸਜ਼ਾ ਦਿੰਦੇ ਤੇ ਦੇਣ। ਏਡੇ ਵੱਡੇ ਗੁਰੂ ਕੇ ਸਿੱਖ ਮਹਾਂਪੁਰਸ਼, ਸੋ ਏਡੀਆਂ ਵੱਡੀਆਂ ਕੁਰਬਾਨੀਆਂ ਵਾਲੇ ਮਹਾਂਪੁਰਸ਼ ਮਹਾਤਮਾ ਲੋਕ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਕਈ ਸੱਜਣ ਕਈ ਵਾਰੀ ਸਵਾਲ ਵੀ ਕਰਦੇ ਨੇ ਵੀ ਏਡੀ ਕੀ ਗੱਲ ਹੈ ਵੀ ਜੇ ਕੇਸ ਹੀ ਰੱਖਣੇ ਆ ਤੁਸੀਂ। ਹੁਣ ਕਈ ਮੇਰੇ ਭਰਾ ਇਦਾਂ ਦੇ ਆ ਨਾ, ਉਹਨਾਂ ਨੂੰ ਗਾਤਰੇ ਭਾਰੇ ਲੱਗਦੇ ਆ। ਉਹ ਕਹਿੰਦੇ ਵੀ ਰਾਤ ਨੂੰ ਫਿਰ ਵੱਖੀ ਚ ਵੱਜਦਾ ਵਾ, ਕਈ ਵਾਰੀ ਫਿਰ ਡਰ ਆ ਵੀ ਮੌਤ ਵੀ ਹੋ ਸਕਦੀ, ਭਾਵੇਂ ਕਿ ਗਾਤਰਾ ਪਾ ਕੇ ਅਜੇ ਤੱਕ ਤਾਂ ਨਹੀਂ ਕੋਈ ਮਰਿਆ। ਚਲੋ ਠੀਕ ਆ, ਬਹਾਨਾ ਠੀਕ, ਆਪੋ ਆਪਣਾ। ਇੱਕ ਜਟਕਾ ਜੀ ਦਲੀਲ ਆ, ਸਿਆਲ ਆ, ਕਿੰਨੇ ਕੱਪੜੇ ਪਾਏ ਆ। ਚਲੋ ਗ੍ਰੰਥਾਂ ਦੀਆਂ ਗੱਲਾਂ ਵੀ ਛੱਡੋ, ਦੁਨਿਆਵੀ ਗੱਲ ਕਰੋ, ਦੁਨੀਆ ਦੀ ਜਿਹੜੀ ਅੱਖਾਂ ਸਾਹਮਣੇ ਦਿਖਦੀ, ਕੋਈ ਪਾਰਲੌਕਿਕ ਨਹੀਂ ਵੀ ਜਿਹੜੀ ਕਿਸੇ ਕਿਤਾਬ 'ਚ ਲਿਖੀ ਹੋਈ। ਸਿਆਲ ਨੇ ਕਿੰਨੇ ਕੱਪੜੇ ਪਾਏ ਨੇ। ਇੱਕ ਗਾਤਰਾ ਇਹਨਾਂ ਕੱਪੜਿਆਂ ਤੋਂ ਜ਼ਿਆਦਾ ਭਾਰਾ। ਜਦੋਂ ਕਿਤੇ ਭਾਰ ਤੋਲ ਕੇ ਵੇਖੋਗੇ, ਜਿੰਨੀਆਂ ਕੋਟੀਆਂ ਚਾੜੀ ਫਿਰਦਾ, ਕੋਟ ਚਾੜੀ ਫਿਰਦਾ, ਗਾਤਰਾ ਤੇ ਇਹਨਾਂ ਤੋਂ ਕਿਤੇ ਹੌਲਾ। ਇਹ ਤੇ ਸਭ ਗੱਲਾਂ ਨੇ। ਜਦੋਂ ਪ੍ਰੇਮ ਨਾ ਹੋਵੇ ਫਿਰ ਸਭ ਭਾਰ ਦਿਖਦਾ ਹੈ। ਸਾਡੇ ਇੱਕ ਸਤਿਕਾਰਯੋਗ ਮਹਾਂਪੁਰਸ਼ ਗਿਆਨੀ ਜੀ ਕਥਾਵਾਚਕ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਏ। ਉੱਥੇ ਤੁਸੀਂ ਦੇਖੋਗੇ ਵੀ ਉਹ ਪਤਾ ਨਹੀਂ ਕਿੱਦਾਂ ਦਾ ਕਲਚਰ ਆ। ਉੱਥੇ ਬੀਬੀਆਂ ਕੰਮ ਕਰਦੀਆਂ ਖੇਤਾਂ 'ਚ ਤੇ ਬੰਦੇ ਘਰਾਂ 'ਚ। ਆਪਣੇ ਹੋਰ ਤਰ੍ਹਾਂ ਦਾ ਕਲਚਰ ਹੈ ਵੀ ਬੀਬੀਆਂ ਘਰਾਂ 'ਚ ਤੇ ਬੰਦੇ ਖੇਤਾਂ 'ਚ। ਉਹ ਬੀਬੀਆਂ ਜਿਹੜੀਆਂ ਨੇ ਏਡੀ ਇੰਨੀਆਂ ਸਿਰੜੀ ਨੇ ਕਿ ਤੁਸੀਂ ਦੇਖੋਗੇ ਉਹਨਾਂ ਦੇ ਪਿੱਠ ਤੇ ਕਿੰਨਾ ਭਾਰ ਪਾਇਆ। ਫਿਰ ਅੱਗੇ ਛਾਤੀ ਨਾਲ ਉਹਨਾਂ ਨੇ ਆਪਣਾ ਬੱਚਾ ਬੰਨਿਆ, ਪਿੱਛੇ ਪਿੱਠੂ ਉਹਨਾਂ ਦਾ ਏਡਾ ਭਾਰਾ, ਤੇ ਫਿਰ ਚੜ੍ਹਦੀਆਂ ਕੀ ਪਈਆਂ ਪਹਾੜ। ਤੁਸੀਂ ਦੇਖਿਓ, ਨੋਟ ਕਰਿਓ, ਕਿਤੇ ਇਧਰ ਨੂੰ ਜਾਣ ਦਾ ਸਬੱਬ ਬੜੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਜੇ ਕਿਤੇ ਇੱਛਾ ਹੋਵੇ, ਤੁਸੀਂ ਉਹਨਾਂ ਨੂੰ ਰੋਕ ਕੇ ਪੁੱਛਣਾ ਵਾ, ਆ ਜਿਹੜਾ ਬੱਚਾ ਇੰਨੇ ਭਾਰ ਦੇ ਨਾਲ ਛਾਤੀ ਤੇ ਬੰਨੀ ਫਿਰਦੀ, ਇਹਦਾ ਭਾਰ ਨਹੀਂ ਲੱਗਦਾ? ਇਹਨੂੰ ਸੁੱਟ ਕਿਉਂ ਨਹੀਂ ਦਿੰਦੀ? ਜਿਨੇ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਉਹਨੂੰ ਪਤਾ ਵਾ ਵੀ ਜਿੰਨਾ ਵੀ ਸਮਾਨ ਹੁੰਦਾ ਵਾ, ਜਦੋਂ 4 ਕਿਲੋਮੀਟਰ ਤੁਰੀਦਾ ਸਭ ਭਾਰਾ ਲੱਗਦਾ ਵੀ ਲਾ ਕੇ ਰੱਖ ਦੋ ਇੱਥੇ। ਇਹਨੂੰ ਸੁੱਟ ਕਿਉਂ ਨਹੀਂ ਦਿੰਦੀ? ਇਹ ਭਾਰਾ ਨਹੀਂ ਲੱਗਦਾ ਤੈਨੂੰ? ਵੇਖ ਇਹਨੇ ਤੇਰੇ ਨਾਲ ਕਿੰਨੀ ਬੇਇਨਸਾਫੀ ਕੀਤੀ। ਭਰਥਰੀ ਜੀ ਕੀ ਕਹਿੰਦੇ, ਤੇਰੀ ਜਵਾਨੀ ਨੂੰ ਕੁਹਾੜਾ ਬਣ ਕੇ ਵੱਢ ਗਿਆ। ਜਦੋਂ ਬੱਚਾ ਪੈਦਾ ਹੁੰਦਾ ਨਾ, ਮਾਂ ਦਾ ਅੱਧ ਜਾਂਦਾ ਜੀ। ਮਾਂ ਦੀ ਮੌਤ ਹੁੰਦੀ ਆ ਤੇ ਜੀਵ ਕਲਾ ਜਨਮ ਲੈਂਦੀ ਹੈ। ਮਾਂ ਦੀ ਮੌਤ ਹੁੰਦੀ, ਇੰਨਾ ਦਰਦ ਹੁੰਦਾ, ਤੇ ਜੀਵ ਕਲਾ ਉੱਥੇ ਜਨਮ ਲੈਂਦੀ। ਜਿੰਨੇ ਤੇਰੀ ਜਵਾਨੀ ਖਤਮ ਕਰਤੀ, ਜਿੰਨੇ ਤੈਨੂੰ ਮੌਤ ਦੇ ਮੂੰਹ 'ਚ ਲੈ ਜਾਂਦਾ, ਇਹੋ ਜਿਹੇ ਬੱਚੇ ਨੂੰ ਤੂੰ ਰੱਖ ਕੇ ਕੀ ਕਰਨਾ ਵਾ? ਸੁੱਟ ਕਿਉਂ ਨਹੀਂ ਦਿੰਦੀ? ਐਵੇਂ ਭਾਰ ਚੁੱਕੀ ਫਿਰਦੀ। ਤੈਨੂੰ ਆਪਦਾ ਬੱਚਾ ਭਾਰਾ ਨਹੀਂ ਲੱਗਦਾ? ਤੇ ਮਾਤਾ ਕੀ ਜਵਾਬ ਦਿੰਦੀ ਹੈ ਕਿ ਜਿਹੜਾ ਢਿੱਡੋਂ ਜਾਇਆ ਹੋਵੇ, ਜਿਹੜਾ ਆਪਣਾ ਹੋਵੇ, ਉਹਦਾ ਭਾਰ ਨਹੀਂ ਹੁੰਦਾ। ਇਹਦਾ ਮਤਲਬ ਕੀ? ਅੱਜ ਕਲਗੀਧਰ ਦੇ ਕੇਸ ਜਿਹੜੇ ਸਾਨੂੰ ਦਿੱਤੇ ਸੀ ਉਹ ਭਾਰੇ ਲੱਗਣ ਲੱਗ ਪਏ। ਅੱਜ ਅੰਮ੍ਰਿਤ ਛਕਣਾ ਸਾਨੂੰ ਭਾਰਾ ਲੱਗਣ ਲੱਗ ਪਿਆ। ਮਤਲਬ ਕੀ? ਪ੍ਰੇਮ ਨਹੀਂ। ਜਿੱਥੇ ਪ੍ਰੇਮ ਉੱਥੇ ਭਾਰ ਨਹੀਂ। ਇਹ ਇੱਕ ਦੁਨਿਆਵੀ ਉਦਾਹਰਣ ਹੈ। ਇਹ ਕੋਈ ਗ੍ਰੰਥਾਂ 'ਚ ਨਹੀਂ ਲਿਖੀ, ਕਿਤਾਬਾਂ 'ਚ ਨਹੀਂ ਲਿਖੀ। ਬਾਕੀ ਬੇਨਤੀਆਂ ਦਾਸ ਜਿਵੇਂ ਆਪ ਸੰਗਤ ਕੱਲ ਨੂੰ ਸਮਾਂ ਬਖਸ਼ਿਸ਼ ਕਰੋਗੇ ਉਸ ਤਰ੍ਹਾਂ ਕਰਨ ਦਾ ਯਤਨ ਕਰੇਗਾ। ਸੋ ਸਤਿਗੁਰੂ ਕਿਰਪਾ ਕਰਨ।
ਗੁਰੂ ਘਰ ਦੀ ਮਹਿਮਾ ਸਿਫਤ ਇਹ ਇਹੋ ਜੀ ਹੈ ਕਿ ਜਿਹਦੇ ਵੀ ਕੰਨਾਂ 'ਚ ਪਈ ਉਹਦਾ ਜੀਵਨ ਸਫਲਾ ਹੋ ਜਾਂਦਾ। ਜਿਹਦੀ ਜ਼ੁਬਾਨ ਕਰਦੀ ਹੈ ਉਹਦੀ ਬਾਣੀ ਸਫਲੀ ਹੁੰਦੀ। ਇਹ ਸਾਡੇ ਵੱਡੇ ਭਾਗ ਨੇ ਕਿ ਇਸ ਪਵਿੱਤਰ ਸਥਾਨ ਤੇ ਜਿੱਥੇ ਕਿਸੇ ਸਮੇਂ ਮੀਰ ਮਨੂੰ ਵਰਗੇ ਦਰਿੰਦੇ ਲੋਕ, ਹਵਾਨ ਲੋਕ, ਜ਼ਾਲਮ ਲੋਕ ਸਿੱਖਾਂ ਦਾ ਧਰਮ ਪਰਖਣ ਵਾਸਤੇ ਆਏ, ਜਿੱਥੇ ਕਿਸੇ ਸਮੇਂ ਸਿੱਖਾਂ ਦੀਆਂ ਮਾਤਾਵਾਂ, ਭੈਣਾਂ, ਬੀਬੀਆਂ, ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਸਾਰੇ ਪਿੰਡਾਂ ਚੋਂ ਇਕੱਠੇ ਕਰਕੇ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ 20-20 ਬੰਦੇ ਇੱਕ ਪਿੰਡ ਚ ਤੋੜਤੇ। ਗਿਆਨੀ ਜੀ ਨੇ ਲਿਖਿਆ ਜਿਹੜਾ ਪਿੰਡ ਸਿੱਖਾਂ ਦਾ ਪਰਿਵਾਰ ਨਹੀਂ ਫੜਾਊਗਾ ਉਹਦਾ ਨੰਬਰਦਾਰ ਵੀ ਗ੍ਰਿਫਤਾਰ ਹੋਊਗਾ, ਉਹਦੇ ਪੰਚ ਸਰਪੰਚ ਵੀ ਗ੍ਰਿਫਤਾਰ ਹੋਣਗੇ ਤੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਊਗੀ। ਸਾਰੇ ਪਿੰਡਾਂ 'ਚ ਇਕੱਠੇ ਕਰਕੇ ਇਸ ਜਗ੍ਹਾ ਤੇ ਲੈ ਕੇ ਆਂਦੇ, ਜਿੱਥੋਂ ਫਿਰ ਗ੍ਰਿਫਤਾਰ ਕਰਕੇ ਲਾਹੌਰ ਦੀ ਨਖਾਸ ਚੌਂਕ ਵਾਲੀ ਜੇਲ੍ਹ ਦੇ ਵਿੱਚ ਭੇਜੇ ਗਏ। ਐਸਾ ਇਤਿਹਾਸਕ ਸਥਾਨ। ਸੋ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਭੁੱਲ ਚੁੱਕ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਅਰਦਾਸ ਕਰੀਏ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ। ਵਾਹਿਗੁਰੂ ਜੀ ਕਾ ਖਾਲਸਾ।